ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਚੈਨਲ ਡਾਕਟਰ ਸ਼ੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਦੋਸਤੋ, ਇਸ ਪ੍ਰੋਗਰਾਮ ਵਿੱਚ ਅਸੀਂ ਸਮੇਂ-ਸਮੇਂ 'ਤੇ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਿਤ ਡਾਕਟਰਸ ਨੂੰ ਆਪਣੇ ਸਟੂਡੀਓ ਵਿੱਚ ਸੱਦ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ। ਤੁਹਾਡੀਆਂ ਬਿਮਾਰੀਆਂ ਕਿਸ ਤਰੀਕੇ ਨਾਲ ਠੀਕ ਹੋ ਸਕਦੀਆਂ, ਉਸ ਬਾਰੇ ਅਸੀਂ ਡਾਕਟਰਸ ਕੋਲੋਂ ਜਾਣਕਾਰੀ ਲੈਂਦੇ ਹਾਂ। ਇਸੇ ਤਰੀਕੇ ਨਾਲ ਸਾਡੇ ਸਟੂਡੀਓ ਵਿੱਚ ਅੱਜ ਡੈਂਟਿਸਟ ਆਏ ਹੋਏ ਆ, ਡਾਕਟਰ ਜਤਿੰਦਰਪਾਲ ਸਿੰਘ ਰਾਏ। ਪੂਰਾ ਨਾਂ ਤੇ ਵੈਸੇ ਇਹਨਾਂ ਦਾ ਡਾਕਟਰ ਜਤਿੰਦਰਪਾਲ ਸਿੰਘ ਰੂਪ ਰਾਏ ਆ, ਪਰ ਨਿਕਨੇਮ ਇਹਨਾਂ ਨੂੰ ਅਸੀਂ JP ਰਾਏ ਦੇ ਨਾਂ ਤੋਂ ਵੀ ਜਾਣਦੇ ਹਾਂ। ਇਹ ਬਹੁਤ ਵਧੀਆ ਇੱਕ ਕਲਾਕਾਰ ਵੀ ਆ, ਪਰ ਕਲਾਕਾਰ ਜਿਹੜੇ ਨਾਲ ਜੋ ਕਲਾਕਾਰੀ ਇਹ ਦੰਦਾਂ ਦੇ ਇਲਾਜ ਵਿੱਚ ਦਿਖਾਉਂਦੇ ਆ, ਉਹਦਾ ਕੋਈ ਜਵਾਬ ਨਹੀਂ। 4 ਹਸਪੀਟਲ ਇਹਨਾਂ ਦੇ, ਸੈਕਰਾਮੈਂਟੋ ਜਿਹੜੀ ਕਿ ਰਾਜਧਾਨੀ ਹੈ ਕੈਲੀਫੋਰਨੀਆ ਦੀ, ਉੱਥੇ ਇਹਨਾਂ ਦੇ ਹਸਪੀਟਲ ਹੈਗੇ ਆ ਵੱਖ-ਵੱਖ ਸ਼ਹਿਰਾਂ ਵਿੱਚ, ਕਿਉਂਕਿ ਤੁਹਾਨੂੰ ਪਤਾ ਕਿ ਸੈਕਰਾਮੈਂਟੋ ਬਹੁਤ ਵੱਡਾ ਸ਼ਹਿਰ ਆ। ਅਤੇ ਇਹ ਇਸ ਤਰੀਕੇ ਨਾਲ ਇਹਨਾਂ ਨੇ ਸਾਰੇ ਹਸਪੀਟਲ ਡਿਵੈਲਪ ਕੀਤੇ ਆ ਕਿ ਪੇਸ਼ੈਂਟ ਨੂੰ ਜ਼ਿਆਦਾ ਦੂਰ ਨਾ ਜਾਣਾ ਪਵੇ। ਕੋਈ ਨਟੋਮਸ ਆ, ਕੋਈ ਫੁੱਲਸਮ ਆ, ਜਾਂ ਕੋਈ ਰੌਕਲਿਨ ਆ, ਇਸ ਤਰੀਕੇ ਨਾਲ ਵੱਖਰੇ ਥਾਵਾਂ 'ਤੇ ਇਹਨਾਂ ਦੇ ਹਸਪੀਟਲ ਹੈਗੇ ਆ। ਪਰ ਅਸਲੀ ਜਿਹੜੀ ਅੱਜ ਗੱਲ ਹੈਗੀ ਆ ਉਹ ਇਹ ਆ ਕਿ ਅੱਜ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਜਿਹੜੇ ਦੰਦਾਂ ਦੇ ਡਾਕਟਰ ਆ, ਉਹ ਦੰਦਾਂ ਦੀ ਸਾਂਭ ਸੰਭਾਲ ਲਈ ਕੀ ਆਪਣੀ ਰਾਏ ਦਿੰਦੇ ਆ। ਅਤੇ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਡਾਕਟਰ JP ਸਿੰਘ ਰਾਏ ਹੋਣਾ ਦਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਰੰਧਾਵਾ ਸਾਹਿਬ, ਥੈਂਕ ਯੂ ਵੈਰੀ ਮੱਚ ਮੈਨੂੰ ਪੰਜਾਬ ਮੇਲ ਦੇ ਸਰੋਤਿਆਂ ਦੇ ਰੂਬਰੂ ਹੋਣ ਦਾ ਅਤੇ ਆਪਣੇ ਵਿਚਾਰ ਪੇਸ਼ ਕਰਨ ਦਾ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕਹਿੰਦੇ ਵੀ ਉਹ ਦੰਦ ਗਏ ਤੇ ਸਵਾਦ ਗਿਆ, ਅੱਖਾਂ ਗਈਆਂ ਤੇ ਜਹਾਨ ਗਿਆ। ਅਤੇ ਇਹ ਇੱਕ ਡਾਕਟਰ ਅਜਿਹਾ ਹੁੰਦਾ ਜਿਹੜੇ ਕਿ ਦੰਦਾਂ ਨੂੰ ਸਾਂਭ ਸੰਭਾਲ ਰੱਖਦੇ ਆ। ਹੁਣ ਤਾਂ ਦੰਦ ਕਹਿੰਦੇ ਸਾਰੇ ਟੁੱਟ ਵੀ ਜਾਣ ਤੇ ਦੁਬਾਰਾ ਆ ਜਾਂਦੇ ਆ, ਉਹ ਡਾਕਟਰਾਂ ਦੇ ਹੱਥ ਹੋਣ 'ਤੇ। ਬਿਲਕੁਲ ਜੀ, ਇਹ ਤੁਸੀਂ ਬੜੀ ਸਹੀ ਗੱਲ ਕਹੀ ਹੈ। ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸਵਾਦ ਗਿਆ, ਤੇ ਖਾਣ ਪਾਣ ਵੀ ਗਿਆ। ਮੈਂ ਤੇ ਖਾਣ ਪੀਣ ਬਿਲਕੁਲ, ਜਦੋਂ ਸਵਾਦ ਗਿਆ ਤਾਂ ਖਾਣ ਪੀਣ ਤਾਂ ਨੈਚੁਰਲ ਗਿਆ। ਪਰ ਕਹਿੰਦੇ ਵੀ ਰੱਬ ਤੋਂ ਬਾਅਦ ਦੂਜਾ ਜਿਹੜਾ ਹੁੰਦਾ ਉਹ ਡਾਕਟਰ ਹੁੰਦਾ ਕਿਸੇ ਵੀ ਬਿਮਾਰੀ ਦਾ। ਅਤੇ ਅੱਜ ਕੱਲ੍ਹ ਤਾਂ ਕਹਿੰਦੇ ਡਾਕਟਰ ਵੀ ਜਿਹੜੇ ਦੰਦਾਂ ਨੂੰ ਇੰਪਲਾਂਟ ਕਰਕੇ ਪੱਕੇ ਫਿਕਸ ਕਰ ਦਿੰਦੇ ਆ। ਹਾਂਜੀ, ਉਹ ਆਪਸ਼ਨਾਂ ਆ ਗਈਆਂ ਨੇ ਹੁਣ। ਰੱਬ ਨਾ ਕਰੇ ਕਿ ਸਾਡੇ ਪੇਸ਼ੈਂਟਸ ਨੂੰ, ਸਾਡੀ ਕਮਿਊਨਿਟੀ ਦੇ ਲੋਕਾਂ ਨੂੰ ਉਸ ਲੈਵਲ 'ਤੇ ਜਾਣਾ ਪਵੇ। ਪਹਿਲਾਂ ਉਹਦੀ ਆਪਾਂ ਸਾਂਭ ਸੰਭਾਲ ਦੀ ਗੱਲ ਕਰਾਂਗੇ। ਹਾਂ, ਸਭ ਤੋਂ ਪਹਿਲਾਂ ਤਾਂ ਮੇਰਾ ਇਹੀ ਸਵਾਲ ਹੈ ਜੀ। ਦੇਖੋ, ਬੰਦੇ ਦੀ ਉਮਰ ਤਾਂ ਹੁੰਦੀ ਆ 85, 90, 100 ਸਾਲ ਵੀ ਹੁੰਦੀ ਆ, ਪਰ ਜਿਹੜੇ ਦੰਦ ਆ ਉਹ ਮੇਰਾ ਖਿਆਲ ਵੀ 2-3 ਸਾਲ ਦੇ ਉਮਰ 'ਚ ਆ ਜਾਂਦੇ ਆ, ਹੈ ਨਾ। ਹਾਂਜੀ। ਅਤੇ ਤੁਸੀਂ ਕੀ ਸੁਜੈਸਟ ਕਰਦੇ ਦੰਦਾਂ ਦੀ ਜਿਹੜੀ ਸਾਂਭ ਸੰਭਾਲ ਆ ਕਿਸ ਏਜ ਤੋਂ ਰੱਖਣੀ ਚਾਹੀਦੀ ਆ? ਸੋ ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਪਹਿਲੇ ਜਿਹੜੇ ਦੰਦ ਹੈ ਉਹ 7-8 ਮਹੀਨੇ ਦੀ ਉਮਰ 'ਚ ਆ ਜਾਂਦੇ ਨੇ। ਅੱਛਾ ਜੀ। ਹਾਂਜੀ। ਸੋ ਜਦੋਂ ਬੱਚੇ ਦੇ ਦੰਦ ਆ ਜਾਂਦੇ ਨੇ, ਸਾਂਭ ਸੰਭਾਲ ਉਦੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ। ਸੋ ਮਾਵਾਂ ਜਾਂ ਫਾਦਰ ਨੂੰ ਜਿਸ ਟਾਈਮ ਬੱਚੇ ਦੇ ਦੰਦ ਆਉਂਦੇ ਆ, ਇੱਕ ਫਿੰਗਰ ਦੇ ਉੱਤੇ ਬਰੱਸ਼ ਮਿਲ ਜਾਂਦਾ ਤੁਹਾਨੂੰ ਮਾਰਕੀਟ ਦੇ ਵਿੱਚੋਂ, ਤੁਸੀਂ ਉਹਦੇ ਨਾਲ ਸਾਫ਼ ਕਰ ਸਕਦੇ ਹੋ। ਉਹ ਨਹੀਂ ਤਾਂ Q-tip ਲੈ ਕੇ ਤੁਸੀਂ ਉਹਦੇ ਨਾਲ ਸਾਫ਼ ਕਰ ਸਕਦੇ ਹੋ। ਸੋ ਪਹਿਲੀ ਜਿਹੜੀ ਆਈਡਲ ਡੈਂਟਲ ਵਿਜ਼ਿਟ ਕਹਿੰਦੇ ਨੇ ਕਿ ਦੰਦਾਂ ਦੇ ਹਸਪਤਾਲ 'ਚ ਲੈ ਕੇ ਜਾਣਾ ਚਾਹੀਦਾ ਬੱਚੇ ਨੂੰ। ਪਹਿਲਾਂ 2.5 ਸਾਲ ਕਹਿੰਦੇ ਸੀ, ਹੁਣ ਅੱਜ ਕੱਲ੍ਹ ਤਾਂ ਕਹਿਣ ਲੱਗ ਪਏ ਨੇ ਜਦੋਂ ਦੰਦ ਆ ਗਏ ਉਦੋਂ ਇੱਕ ਵਾਰ ਦਿਖਾ ਦੇਣਾ ਚਾਹੀਦਾ। ਅੱਛਾ। ਹਾਂਜੀ। ਜਦੋਂ ਦੰਦ ਆਉਂਦੇ ਆ ਕਈ ਵਾਰੀ ਨਾ ਬੱਚਾ ਬੜੀਆਂ ਕਚੀਚੀਆਂ ਜਿਹੀਆਂ ਵੱਟਦਾ, ਅਤੇ ਉਦੋਂ ਕਈ ਵਾਰੀ ਉਹਨਾਂ ਨੂੰ ਚਾਬੀਆਂ ਦੇ ਦਿੱਤੀਆਂ, ਕੋਈ ਸੋਲਿਡ ਚੀਜ਼ ਦੇ ਦਿੱਤੀ ਤਾਂ ਕਿ ਚਬਾਉਣ। ਉਹ ਤੁਹਾਡੇ ਹਿਸਾਬ ਨਾਲ ਉਹ ਗੱਲ ਠੀਕ ਹੈ, ਉਹ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ? ਸੋ ਇਹ ਗੱਲ ਨੋਟਿਸ ਕੀਤੀ ਗਈ ਹੈ ਕਿ ਜਦੋਂ ਬੱਚਿਆਂ ਦੇ ਦੰਦ ਆਉਂਦੇ ਆ ਉਹਨਾਂ ਨੂੰ ਨਾ ਕਾਫੀ ਇਰੀਟੇਸ਼ਨ ਹੁੰਦੀ ਆ ਜੀ। ਇਹ ਬੱਚਾ ਹੁਣ ਜ਼ਿਆਦਾ ਆਪਣੀ ਜ਼ੁਬਾਨ ਨੂੰ ਉਸ ਟਾਈਮ ਬੋਲ ਨਹੀਂ ਸਕਦਾ, 1.5-2 ਸਾਲ ਦਾ ਬੱਚਾ ਹੁੰਦਾ ਹੈ ਨਾ, ਅਤੇ ਉਹਨਾਂ ਨੂੰ ਉਹ ਮੂੰਹ 'ਚ ਹੱਥ ਪਾਉਣ ਦੀ ਬੜੀ ਆਦਤ ਪੈਂਦੀ ਉਹਨਾਂ ਨੂੰ। ਉਹਦੇ ਨਾਲ ਕੀ ਹੁੰਦਾ, ਬੱਚਾ ਹੱਥ ਲਾਉਂਦਾ ਆਲੇ ਦੁਆਲੇ ਅਨਹਾਈਜੀਨਿਕ ਹੱਥ ਚੱਲਣਾ, ਜਾਂ ਚਾਬੀਆਂ ਆਪਾਂ ਦਿੰਦੇ ਹਾਂ। ਮੈਂ ਰਿਕਮੈਂਡ ਨਹੀਂ ਕਰੂੰਗਾ। ਮੈਂ ਰਿਕਮੈਂਡ ਕਰੂੰਗਾ ਕਿ ਬੱਚੇ ਦੇ ਹੱਥ ਥੋੜ੍ਹੇ ਸਾਫ਼ ਕੀਤੇ ਜਾਣ, ਹਰ ਟਾਈਮ 'ਤੇ ਹਾਈਜੀਨ ਰੱਖੀ ਜਾਵੇ, ਅਤੇ ਉਹਨੂੰ ਠੰਡੀ ਚੀਜ਼ ਜਿਸ ਤਰ੍ਹਾਂ ਕੋਈ ਹੋਵੇ, ਅੱਜ ਕੱਲ੍ਹ ਤੁਹਾਨੂੰ ਟੀਦਰਸ ਮਿਲ ਜਾਂਦੇ ਨੇ, ਉਹਨੂੰ ਫਰੀਜ਼ਰ 'ਚ ਰੱਖ ਕੇ ਉਹਦੇ ਉੱਤੇ ਟੀਥ ਕਰੇ ਤਾਂ ਠੰਡੀ ਚੀਜ਼ ਦੇ ਨਾਲ ਉਹਨੂੰ ਰਾਹਤ ਮਿਲਦੀ ਹੈ। ਤਾਂ ਉਹਦੇ ਨਾਲ ਬੱਚੇ ਦਾ ਇੱਕ ਹਾਈਜੀਨ ਬਣੀ ਰਹੇਗੀ, ਪੇਟ ਵੀ ਖਰਾਬ ਨਹੀਂ ਹੋਏਗਾ। ਨਹੀਂ ਤਾਂ ਆਮ ਤੌਰ 'ਤੇ ਧਾਰਨਾ ਹੈ ਕਿ ਜੀ ਜਦੋਂ ਬੱਚੇ ਦੇ ਦੰਦ ਆਉਂਦੇ ਤਾਂ ਪੇਟ ਖਰਾਬ ਹੋ ਗਿਆ ਜੀ। ਕਈ ਵਾਰੀ ਬੱਚੇ ਅੰਗੂਠਾ ਵੀ ਚੁੰਘਦੇ ਆ, ਉਹ ਵੀ ਮੇਰੇ ਖਿਆਲ ਅਸਰ ਕਰਦੇ ਹੋਣਗੇ ਦੰਦਾਂ 'ਤੇ। ਹਾਂਜੀ। ਸੋ ਬਾਡੀ ਜਿਸ ਟਾਈਮ ਦੰਦ ਤੁਹਾਡੇ ਆ ਰਹੇ ਨੇ, ਬਾਡੀ ਸਟ੍ਰੈਸ ਜਾਂਦੀ ਹੈ। ਤਾਂ ਹਰ ਬੰਦੇ ਦਾ ਆਪਣਾ ਇੱਕ ਮੈਕੈਨਿਜ਼ਮ ਹੈ, ਕੋਪਿੰਗ ਮੈਕੈਨਿਜ਼ਮ ਹੈ ਸਟ੍ਰੈਸ ਨੂੰ ਡੀਲ ਕਰਨ ਦਾ। ਸੋ ਬੱਚਾ ਕੀ ਕਰਦਾ, ਆਪਣੇ ਅੰਗੂਠਾ ਚੁੰਘਣਾ ਸ਼ੁਰੂ ਕਰ ਦਿੰਦਾ, ਉਹਨੂੰ ਰਾਹਤ ਮਿਲਦੀ ਉਸ ਚੀਜ਼ ਦੀ। ਪਰ ਉਹ ਲੌਂਗ ਰਨ ਦੇ ਵਿੱਚ ਉਹ ਬਹੁਤ ਜ਼ਿਆਦਾ ਖਰਾਬ। ਉਹਦੇ ਨਾਲ ਇੱਕ ਤਾਂ ਜਿਸ ਟਾਈਮ ਬੱਚਾ ਅਗਰ ਜ਼ਿਆਦਾ ਦੇਰ ਤੱਕ ਅੰਗੂਠਾ ਚੁੰਘਦਾ ਆ,
ਉਹਨਾਂ ਦੰਦ ਉੱਚੇ ਹੋ ਜਾਂਦੇ ਨੇ। ਉਹ ਤੇ ਦੂਜੀ ਗੱਲ ਇਹ ਹੁੰਦੀ ਕਿ ਇੱਕ ਨਾ ਤੁਹਾਡਾ ਜਿਹੜਾ ਪੈਲਟ ਆ ਤਾਲੂ ਆ ਬਹੁਤ ਉੱਚਾ ਹੋ ਜਾਂਦਾ ਤੇ ਉਹਦੇ ਨਾਲ ਸਲੀਪ ਐਪਨੀਆ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਲੌਂਗ ਰਨ ਦੇ ਵਿੱਚ ਬੱਚੇ ਨੂੰ। ਸੋ ਇਸ ਕਰਕੇ ਜਿੰਨੀ ਛੇਤੀ ਤੋਂ ਛੇਤੀ ਬੱਚੇ ਨੂੰ ਇਸ ਆਦਤ ਤੋਂ ਹਟਾਇਆ ਜਾਵੇ ਉਨਾ ਹੀ ਚੰਗਾ ਹੈ ਬੱਚਾ। ਕਈ ਮਾਵਾਂ ਤਾਂ ਕਹਿੰਦੇ ਮਿਰਚਾਂ ਵੀ ਲਾ ਦਿੰਦੀਆਂ ਆਦਤ ਹਾਂਜੀ, ਹਟਾਉਣ ਲਈ। ਬਿਲਕੁਲ ਉਹ ਦੇਸੀ ਟੋਟਕੇ ਹੈ ਨੇ। ਤੇ ਅੱਜ ਕੱਲ ਕਈ ਵਾਰੀ ਤੁਹਾਨੂੰ ਗਲਵਜ਼ ਮਿਲ ਜਾਂਦੇ ਨੇ ਬੱਚੇ ਨੂੰ, ਤੁਸੀਂ ਉਹ ਪਾ ਦਿਓ ਪਹਿਲਾਂ। ਤੇ ਬਾਕੀ ਮਿਰਚਾਂ ਲਾਉਣਾ ਨਾ ਉਹ ਥੋੜਾ ਕਈ ਵਾਰੀ ਬੱਚਿਆਂ ਦੇ ਕ੍ਰਿਮੀਨਲ ਜਿਹਾ ਕੰਮ ਹੋ ਜਾਂਦਾ ਬੱਚੇ ਲਈ। ਮੈਂ ਰეკਮੈਂਡ ਨਹੀਂ ਕਰੂੰਗਾ, ਬਟ ਇਹ ਪੁਰਾਣੀਆਂ ਬੀਬੀਆਂ ਲਾ ਦਿੰਦੀਆਂ ਸੀ। ਧਾਰਨਾ ਹੈ ਬੱਚਿਆਂ ਨੂੰ ਅੰਗੂਠਾ ਚਿੰਗੜ ਤੋਂ ਹਟਾਉਣ ਦੀ। ਪਰ ਦੇਰ ਆਰ ਡਿਵਾਈਸਿਸ ਆਲਸੋ ਅੱਜ ਕੱਲ ਮਾਰਕੀਟ 'ਚ ਮਿਲ ਜਾਂਦੇ ਨੇ, ਤੁਹਾਨੂੰ ਗਲਵਜ਼ ਮਿਲ ਜਾਂਦੇ ਨੇ। ਤੇ ਜਿੰਨਾ ਹੋਵੇ ਡਿਸਕਰੇਜ ਕਰਕੇ ਪਿਆਰ ਦੇ ਨਾਲ ਬੱਚੇ ਨੂੰ ਹਟਾਉਣਾ ਕਰਨਾ ਚਾਹੀਦਾ ਹੈ। ਤੇ ਡਾਕਟਰ ਸਾਹਿਬ ਕਈ ਵਾਰੀ ਚਲੋ ਹੁਣ ਬੱਚਿਆਂ ਦੀ ਆਪਣੀ ਗੱਲ ਚੱਲੀ ਆ, ਤੇ ਬੱਚਿਆਂ ਦੇ ਦੰਦ ਵਿੰਗੇ ਆ ਜਾਂਦੇ ਆ ਜਾਂ ਹੋਰ ਟੇਢੇ ਮੇਢੇ ਹੁੰਦੇ, ਹੋਰ ਹੀ ਤਰ੍ਹਾਂ ਦੇ ਹੁੰਦੇ ਨਾ, ਤੇ ਉਹਦਾ ਕੋਈ ਇਲਾਜ ਹੁੰਦਾ ਕੋਈ ਇਹਦਾ? ਬਿਲਕੁਲ ਜੀ, ਉਹਦਾ ਇਲਾਜ ਹੈ। ਜਿਸ ਤਰ੍ਹਾਂ ਬੱਚਿਆਂ ਦੇ ਜਿਸ ਟਾਈਮ ਤੁਸੀਂ ਪਰਮਾਨੈਂਟ ਜਿਹੜੇ ਦੰਦ ਆਉਣੇ ਸ਼ੁਰੂ ਹੁੰਦੇ ਨੇ ਉਹ ਕੋਈ 6 ਸਾਲ ਦੇ ਵਿੱਚ ਏਜ 'ਤੇ ਆਉਣੇ ਸ਼ੁਰੂ ਹੁੰਦੇ ਨੇ। ਤੇ ਉਹਦੇ ਨਾਲ ਤੁਸੀਂ ਦਿਖਾ ਸਕਦੇ ਹੋ ਜਿਸ ਟਾਈਮ ਦੰਦ ਤੁਸੀਂ, ਮੈਂ ਰਿਕਮੈਂਡ ਕਰੂੰਗਾ ਕਿ ਹਰ 6 ਮਹੀਨੇ ਬਾਅਦ ਜਾ ਕੇ ਤੁਸੀਂ ਦੰਦਾਂ ਦੇ ਡਾਕਟਰ ਨੂੰ ਦਿਖਾਓ ਜੀ। ਤੇ ਉਹਦੇ ਨਾਲ ਕੀ ਹੋ ਗਿਆ, ਇੱਕ ਤਾਂ ਤੁਹਾਡੀ ਜਿਹੜੀ ਡਿਵੈਲਪਮੈਂਟਲ ਕੋਈ ਦੰਦਾਂ ਦੀ ਪ੍ਰੋਬਲਮ ਹੈ ਜੀ, ਤੇ ਲੁੱਕ ਵਾਈਜ਼ ਵੀ ਅਗਰ ਗੈਪ ਆ ਰਿਹਾ ਦੰਦਾਂ 'ਚ, ਵਿੰਗੇ ਟੇਢੇ ਆ ਰਹੇ ਨੇ, ਡਾਕਟਰ ਤੁਹਾਨੂੰ ਰਿਕਮੈਂਡ ਕਰ ਸਕਦੇ ਨੇ ਪ੍ਰੀਵੈਂਟੇਟਿਵ ਆਰਥੋਡੋਂਟਿਕਸ। ਇਹ ਕਿਸ ਤਰੀਕੇ ਨਾਲ ਇਹ ਕਰਦੇ ਆ ਸਾਰਾ ਟ੍ਰੀਟਮੈਂਟ? ਸੋ ਜਿਸ ਟਾਈਮ ਤੁਸੀਂ ਰੂਟੀਨ ਐਗਜ਼ਾਮ ਲਈ ਜਾਂਦੇ ਹੋ 6 ਮਹੀਨੇ ਵਾਸਤੇ, ਤੇ ਉਹਦੇ ਵਿੱਚ ਐਕਸ-ਰੇ ਲਏ ਜਾਂਦੇ ਨੇ, ਫੋਟੋਜ਼ ਲਈਆਂ ਜਾਂਦੀਆਂ ਨੇ, ਤੇ ਬੱਚਿਆਂ ਦੇ ਪੇਰੈਂਟਸ ਨੂੰ ਕੰਸਲਟ ਕੀਤਾ ਜਾਂਦਾ ਹੈ ਕਿ ਆਹ ਪ੍ਰੋਬਲਮ ਦੇਖਣ ਨੂੰ ਆ ਰਹੀ ਆ। ਜੇ ਕੈਵਿਟੀਜ਼ ਹੋਣ ਤਾਂ ਕੈਵਿਟੀਜ਼ ਚੈੱਕ ਕੀਤੀ ਜਾਂਦੀਆਂ ਨੇ, ਉਹ ਰਿਕਮੈਂਡੇਸ਼ਨ ਕੀਤੀ ਜਾਂਦੀ ਕਿ ਫਿਲ ਕਰ ਲੈਣ ਉਸ ਟਾਈਮ ਦੇ ਉੱਤੇ। ਤੇ ਜਿਹੜੀ ਦੂਸਰੀ ਗੱਲ ਹੈ, ਜੇ ਅਗਰ ਵਿੰਗੇ ਟੇਢੇ ਦੰਦ ਆ ਰਹੇ ਨੇ ਉਹਦੇ ਵਾਸਤੇ ਕਈ ਵਾਰੀ ਅਪਲਾਈਐਂਸਿਸ ਹੁੰਦੀਆਂ ਨੇ ਸ਼ੁਰੂ ਦੇ ਵਿੱਚ, ਤੇ ਉਹਦੇ ਨਾਲ ਤੁਹਾਡਾ ਜਿਹੜਾ ਆਰਥੋਡੋਂਟਿਕ ਟ੍ਰੀਟਮੈਂਟ ਹੁੰਦਾ ਹੈ ਲੰਬੇ ਵਾਲਾ, ਉਹਦਾ ਡਿਊਰੇਸ਼ਨ ਘਟਾਇਆ ਜਾ ਸਕਦਾ ਹੈ। ਓਕੇ। ਨਹੀਂ ਤਾਂ ਆਈਡਲੀ ਕੀ ਲੋਕੀ ਕਰਦੇ ਨੇ ਕਿ 12 ਸਾਲ ਦੀ ਉਮਰ ਦੇ ਵਿੱਚ ਜਾ ਕੇ ਬੱਚਿਆਂ ਨੂੰ ਬ੍ਰੇਸਿਸ ਲਗਵਾਉਂਦੇ ਨੇ। ਅੱਜ ਕੱਲ ਕਲੀਅਰ ਅਲਾਈਨਰ ਥੈਰੇਪੀ ਆ ਗਈ ਹੈ। ਅੱਛਾ। ਤੇ ਜਿਹਦੇ ਵਿੱਚ ਮਤਲਬ ਕਹਿਣ ਦਾ ਵੀ ਉਹ ਪਤਾ ਵੀ ਨਹੀਂ ਲੱਗਦਾ ਕਿ ਉੱਤੇ ਕੁਝ ਪਾਇਆ। ਆਮ ਤੌਰ ਤੇ ਤੁਸੀਂ ਉਹ ਤਾਰਾਂ ਪਾਉਂਦੇ ਹੁੰਦੇ ਆ ਨਾ, ਤਾਰਾਂ ਪਾਉਂਦੇ ਹੁੰਦੇ, ਤੇ ਉਹ ਜੇ ਕਲੀਅਰ ਲਾਈਨਿੰਗ ਤੁਸੀਂ ਜਿਵੇਂ ਕਿਹਾ, ਇਟ ਮੀਨਸ ਵੀ ਉਹ ਦੰਦ ਜਿਹੜੇ ਥੱਲੇ ਵਾਲੇ ਦਿਖਦੇ ਰਹਿਣਗੇ। ਹਾਂਜੀ, ਸਿਰਫ ਉਹਨਾਂ ਦੀ ਸ਼ੇਪ ਜਿਹੜੀ ਆ ਉਹ ਆਟੋਮੈਟਿਕ ਬਦਲਦੀ ਰਹੂਗੀ ਉਹਦੇ ਨਾਲ। ਬਹੁਤ ਵਧੀਆ। ਹਾਂਜੀ। ਸੋ ਪਹਿਲਾਂ ਟ੍ਰੈਡੀਸ਼ਨਲ ਹੁੰਦੀ ਸੀ ਕਿ ਬ੍ਰੇਸਿਸ ਹੁੰਦੀਆਂ ਸਨ, ਮੈਟਲ ਬ੍ਰੇਸਿਸ, ਤੇ ਉਹ ਵੀ ਵਧੀਆ ਹੈ। ਬਟ ਅੱਜ ਕੱਲ੍ਹ ਜਿਸ ਤਰ੍ਹਾਂ ਕਿ ਨਵੀਂ ਡਿਜੀਟਲ, ਐਵਰੀਥਿੰਗ ਇਜ਼ ਗੋਇੰਗ ਡਿਜੀਟਲ। ਓਕੇ। ਤੇ ਹੁਣ ਜਿਸ ਤਰ੍ਹਾਂ ਪਹਿਲਾਂ ਰੋਟਰੀ ਫੋਨ ਹੁੰਦੇ ਸਨ, ਤੇ ਫਿਰ ਆ ਗਏ ਸੀਗੇ ਸੈੱਲ ਫੋਨ, ਮੋਟਰੋਲਾ, ਅੱਜ ਕੱਲ੍ਹ ਆਈਫੋਨ ਹੈ, ਸਕਰੀਨ ਦੇ ਉੱਤੇ ਸਾਰਾ ਕੁਝ, ਐਵਰੀਥਿੰਗ ਇਜ਼ ਗੋਇੰਗ ਡਿਜੀਟਲ। ਸੇਮ ਥਿੰਗ ਬ੍ਰੇਸਿਸ ਦੇ ਵਿੱਚ ਦੰਦਾਂ ਦੇ ਇਲਾਜ ਦੇ ਵਿੱਚ ਚੇਂਜ ਹੁੰਦੀਆਂ ਰਹਿੰਦੀਆਂ, ਕੋਈ ਨਾ ਕੋਈ ਨਵੀਂ ਟੈਕਨੀਕ ਆਉਂਦੀ ਰਹਿੰਦੀ ਹੈ। ਟੈਕਨੀਕ ਹੋ ਗਈ। ਤਾਂ ਅੱਜ ਕੱਲ੍ਹ ਜਿੱਦਾਂ ਅੱਜ ਕੱਲ੍ਹ ਕਲੀਅਰ ਅਲਾਈਨਰ ਥੈਰੇਪੀ ਆ ਗਈ, ਉਹਦੇ ਵਿੱਚ ਇਨਵਿਜ਼ਲਾਈਨ, ਕਲੀਅਰ ਕਰੈਕਟ ਹੋ ਗਿਆ। ਬੜੀਆਂ ਸਾਰੀਆਂ ਕੰਪਨੀਜ਼ ਹੈ ਨੇ ਜਿਹੜੀਆਂ ਕਲੀਅਰ ਅਲਾਈਨਰ ਤੁਹਾਨੂੰ ਬਣਾ ਕੇ ਦਿੰਦੀਆਂ ਨੇ, ਕਸਟਮਾਈਜ਼ ਕਲੀਅਰ ਅਲਾਈਨਰ ਹੁੰਦੇ ਨੇ। ਉਹ ਤੁਸੀਂ ਘਰੇ 2 ਹਫ਼ਤੇ ਪਾਣੇ ਹੁੰਦੇ ਆ, ਤੇ ਉਸ ਤੋਂ ਬਾਅਦ ਤੁਹਾਨੂੰ ਸੈੱਟ ਦਿੱਤੇ ਜਾਂਦੇ, 4 ਸੈੱਟ ਐਟ ਅ ਟਾਈਮ। 2 ਮਹੀਨੇ ਬਾਅਦ ਤੁਸੀਂ ਡਾਕਟਰ ਨੂੰ ਜਾ ਕੇ ਦਿਖਾਓ, ਤੇ ਤੁਹਾਡੀ ਉਹ ਪ੍ਰੋਗਰੈਸ ਚੈੱਕ ਕਰਦੇ ਨੇ ਕਿੰਨੀ ਪ੍ਰੋਗਰੈਸ ਹੋ ਗਈ ਹੈ। ਤੇ ਬੱਚੇ ਬਹੁਤ ਜ਼ਿਆਦਾ ਲਾਈਕ ਕਰ ਰਹੇ ਨੇ, ਪੇਰੈਂਟਸ ਵੀ ਬਹੁਤ ਜ਼ਿਆਦਾ ਲਾਈਕ ਕਰ ਰਹੇ ਨੇ। ਉਹਦਾ ਰੀਜ਼ਨ ਇਹ ਹੈ ਕਿ ਇੱਕ ਤਾਂ ਉਹਨਾਂ ਦਰਦ ਘੱਟ ਹੁੰਦੀ ਹੈ ਜੀ ਜੀ, ਦੂਸਰੀ ਹੈ ਕਿ ਜਿਸ ਤਰ੍ਹਾਂ ਬੱਚੇ ਅੱਜ ਕੱਲ੍ਹ ਐਸਥੈਟਿਕ ਕੌਨਸ਼ੀਅਸ ਬਹੁਤ ਜ਼ਿਆਦਾ ਹੈ ਸਕੂਲਾਂ ਦੇ ਵਿੱਚ ਜੀ ਜੀ, ਤੇ ਬ੍ਰੇਸਿਸ ਕਈ ਵਾਰੀ ਉਹਨਾਂ ਨੂੰ ਨਹੀਂ ਇੰਨੀਆਂ ਅਪੀਲਿੰਗ ਲੱਗਦੀਆਂ, ਤੇ ਉਹਨਾਂ ਦੀ ਵੀ ਜਗ੍ਹਾ ਆਪਣੀ ਜਗ੍ਹਾ ਹੈ ਬ੍ਰੇਸਿਸ ਦੀ। ਬਟ ਕਲੀਅਰ ਅਲਾਈਨਰ ਥੈਰੇਪੀ ਦਾ ਇਹ ਫਾਇਦਾ ਹੈ ਕਿ ਤੁਸੀਂ ਕੰਪਲੈਕਸ ਨਹੀਂ ਆਉਂਦਾ ਬੱਚੇ 'ਚ। ਕੰਪਲੈਕਸ ਨਹੀਂ ਆਉਂਦਾ। ਸੋ ਦੈਟਸ ਗੁੱਡ ਆਈਡੀਆ। ਅੱਛਾ, ਕਈ ਵਾਰੀ ਆਪਾਂ ਆਮ ਦੇਖਦੇ ਹਾਂ ਬੱਚੇ ਜਿਹੜੇ ਹੁੰਦੇ ਆ ਉਹ ਟੌਫੀਆਂ, ਚਾਕਲੇਟ ਖਾਣ ਦੇ ਬੜੇ ਸ਼ੌਕੀਨ ਹੁੰਦੇ ਆ, ਤੇ ਉਹਨਾਂ ਦੇ ਉਹਦੇ ਨਾਲ ਦੰਦ ਵੀ ਖਰਾਬ ਹੋ ਜਾਂਦੇ। ਕੀ ਰਿਕਮੈਂਡ ਕਰਦੇ ਤੁਸੀਂ, ਕੀ ਹੋਣਾ ਚਾਹੀਦਾ? ਹਾਂਜੀ, ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਰੰਧਾਵਾ ਸਾਹਿਬ। ਇਹੋ ਇੱਕ ਬੜੀ ਧਾਰਨਾ ਹੈ ਕਿ ਅਸੀਂ ਬੱਚਿਆਂ ਨੂੰ ਜਿਹਦੇ ਕੋਈ ਰਿਵਾਰਡ ਕਰਨਾ ਹੋਵੇ ਆਪਾਂ ਚਾਕਲੇਟ ਲੈ ਦਿੱਤੀ ਆ, ਜੀ ਜੀ, ਹੈ ਨਾ ਜੀ। ਸੋ ਵਿਚ ਇਜ਼ ਅ ਵੈਰੀ ਗੁੱਡ ਥਿੰਗ। ਮੈਂ ਇਹ ਰਿਕਮੈਂਡ ਕਰੂੰਗਾ ਅਗਰ ਫਰੂਟ ਦਿੱਤੇ ਜਾਣ ਬੱਚਿਆਂ ਨੂੰ, ਇੱਕ ਤੇ ਉਹ ਮਿੱਠੇ ਵੀ ਨੇ, ਨੈਚੁਰਲ ਨੇ, ਤੇ ਉੱਤੋਂ ਵਾਈਟਾਮਿਨ ਜਾਂ ਕੁਝ ਹੋਰ ਨਿਊਟ੍ਰੀਐਂਟਸ ਵੀ ਮਿਲਦੇ ਨੇ। ਚਾਕਲੇਟ, ਟੌਫੀਆਂ ਦੀ ਬਜਾਏ ਅਗਰ ਇਹ ਦਿੱਤੇ ਜਾਣ ਤਾਂ ਜ਼ਿਆਦਾ ਵਧੀਆ ਹੈ। ਸਾਡੇ ਤੇ ਇੱਥੇ ਫੈਸਟੀਵਲ ਵੀ ਹੈਗਾ ਹੈਲੋਵੀਨ, ਤੇ ਹੈ ਨਾ ਜੀ, ਉਹਦੇ ਵਿੱਚ ਕਿੰਨੀਆਂ ਟੌਫੀਆਂ ਤੇ ਕੈਂਡੀਆਂ ਦਿੰਦੇ ਆ। ਤੇ ਆਪਣੇ ਪੰਜਾਬ 'ਚ ਲੋਹੜੀ ਹੈ, ਤੇ ਇਹ ਗੋਰਿਆਂ ਦੀ ਲੋਹੜੀ ਹੈ। ਗੋਰਿਆਂ ਵਾਲੀ ਲੋਹੜੀ ਹੈ ਜੀ। ਤੇ ਮਿੱਠੇ ਨਾਲ ਹੁੰਦਾ ਕੀ ਜੇ ਇਹ ਡਾਊਨ ਦਾ ਰੋਡ ਕਿ ਆਪਾਂ ਨੂੰ ਦੰਦਾਂ ਨੂੰ ਜ਼ਿਆਦਾ ਖਰਾਬ ਕਰਦੇ ਨੇ। ਉਹਦਾ ਰੀਜ਼ਨ ਇਹ ਹੈ, ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ, ਕਿ ਜਿਸ ਟਾਈਮ ਆਪਾਂ ਮਿੱਠਾ ਖਾਂਦੇ ਆ, ਸਪੈਸ਼ਲੀ ਜਿਹੜੀ ਕੈਂਡੀਜ਼, ਚਾਕਲੇਟ, ਕੈਰਮਲ ਹੋ ਗਿਆ, ਜਿਹਦੇ ਵਿੱਚ ਹੁੰਦਾ ਹੈ ਕਿ ਉਹਦੇ ਨਾਲ ਕੀ ਹੁੰਦਾ, ਜਿਹੜੇ ਉਹ ਦੰਦਾਂ ਤੇ ਜਾ ਕੇ ਚਿਪਕ ਜਾਂਦਾ ਹੈ। ਤੇ ਮੂੰਹ ਦੇ ਵਿੱਚ ਤੁਹਾਡੇ ਕੀ ਹੈ, ਸਲਾਈਵਾ ਹੈ, ਤੇ ਉਹਦੇ ਵਿੱਚ ਬਿਲੀਅਨ ਗਜ਼ਿਲੀਅਨਸ ਆਫ ਬੈਕਟੀਰੀਆਸ ਹੈ ਨੇ।
ਤੇ ਉਹਦੇ ਵਿੱਚ ਇੱਕ ਬੈਕਟੀਰੀਆ ਹੁੰਦਾ ਸਟ੍ਰੈਪਟੋਕੋਕਸ ਮਿਊਟੈਂਸ, ਜਿਹੜਾ ਕਿ ਉਸ ਸ਼ੂਗਰ ਨੂੰ ਐਸਿਡ ਦੇ ਵਿੱਚ ਕਨਵਰਟ ਕਰ ਦਿੰਦਾ। ਅੱਛਾ। ਸੋ ਇਹ ਬੇਸਿਕਲੀ ਜਿਵੇਂ ਕਹਿ ਲਓ ਤੁਹਾਡਾ ਲੋਹੇ ਦੇ ਉੱਤੇ ਰਸਟ ਲੱਗ ਜਾਣਾ ਜਾਂ ਜੰਗਾਲ ਲੱਗ ਜਾਣਾ, ਇਹ ਉਹੀ ਪ੍ਰੋਸੈਸ ਹੈ। ਤੇ ਇਹਨੂੰ ਰੋਕਣ ਦਾ ਇਹੋ ਹੀ ਤਰੀਕਾ ਹੈ ਕਿ ਪਹਿਲੀ ਗੱਲ ਤੇ ਜਿਹੜਾ ਮਿੱਠੀ ਚੀਜ਼ ਆ ਉਹ ਸਟਿੱਕੀ ਚੀਜ਼ ਨਾ ਖਾਧੀ ਜਾਵੇ। ਅਗਰ ਤੁਸੀਂ ਰਿਵਾਰਡ ਵੀ ਕਰਦੇ ਆ 15 ਮਿੰਟ ਦੇ ਵਿੱਚ ਅਗਰ ਬਰਸ਼ ਕਰ ਲਓ ਜਾਂ ਪਾਣੀ ਪੀ ਲਓ, ਉਹਨੂੰ ਡਾਇਲਿਊਟ ਕਰਤਾ ਜਾਵੇ, ਉਹਦਾ ਅਸਰ ਘਟ ਜਾਊਗਾ। ਤੇ ਅਗਰ ਫਰੂਟ ਖਾਓ ਤੇ ਉਹ ਜ਼ਿਆਦਾ ਬੈਟਰ ਹੈ। ਬੱਚੇ ਜਿਵੇਂ ਛੋਟੇ ਹੁੰਦੇ ਬਿਮਾਰੀ ਲੱਗ ਜਾਂਦੀ, ਉਹਨਾਂ ਦੇ ਦੰਦ ਕਾਲੇ ਹੋ ਜਾਂਦੇ ਆ, ਜਿਵੇਂ ਹੁਣ ਤੁਸੀਂ ਕਿਹਾ ਵੀ ਬੈਕਟੀਰੀਆ ਲੱਗ ਜਾਂਦਾ, ਕੀ ਉਹਨਾਂ ਦੀ ਛੋਟੀ ਉਮਰ 'ਚ ਦੰਦ ਕੱਢਣੇ ਕੋਈ ਨੁਕਸਾਨਦੇਹ ਤਾਂ ਨਹੀਂ ਹੁੰਦੇ ਕੋਈ ਜ਼ਿਆਦਾ? ਹਾਂਜੀ, ਇਹ ਤੁਸੀਂ ਬੜਾ ਇੰਪੋਰਟੈਂਟ ਕੁਐਸਚਨ ਪੁੱਛਿਆ। ਸੋ ਇਹ ਜਿਸ ਤਰ੍ਹਾਂ ਕੀੜਾ ਲੱਗਣ ਦਾ ਹੀ ਰੀਜ਼ਨ ਹੈ ਕਿ ਮਿੱਠਾ ਮੋਸਟਲੀ ਹੁੰਦਾ ਬੱਚੇ ਖਾਂਦੇ ਨੇ, ਜਾਂ ਕਈ ਵਾਰੀ ਬੱਚਿਆਂ ਦੇ ਤੁਸੀਂ ਬੋਟਲ ਮੂੰਹ 'ਚ ਸੁੱਤੇ ਪਏ ਦੇ ਬੱਚੇ ਦੇ ਮੂੰਹ 'ਚ ਬੋਟਲ ਰਹਿਣ ਦਿੰਦੇ ਆ, ਉਹਦੇ ਨਾਲ ਕੀ ਹੁੰਦਾ ਜਿਹੜੇ ਤੁਹਾਡੇ ਮਿਲਕ ਆ ਜਾਂ ਉਹਦਾ ਫਾਰਮੂਲਾ ਹੈ ਉਹ ਪਿੱਛੇ ਦੰਦਾਂ ਦੇ ਚਿਪਕਣਾ ਸ਼ੁਰੂ ਹੋ ਜਾਂਦਾ, ਜੰਮ ਜਾਂਦਾ, ਉਹਦੇ ਨਾਲ ਕੈਵਿਟੀਜ਼ ਬਣਨੀ ਸ਼ੁਰੂ ਹੋ ਜਾਂਦੀਆਂ। ਸੋ ਉਹਦੇ ਨਾਲ ਬੈਡ ਬ੍ਰੈਥ ਵੀ ਹੁੰਦੀ ਆ, ਤੇ ਉਹਦੇ ਨਾਲ ਤੁਹਾਨੂੰ ਸਾਇਨਸ ਦੀ ਪ੍ਰੋਬਲਮ, ਹੋਰ ਚੀਜ਼ਾਂ ਵੀ, ਗਲੇ ਦੀਆਂ ਪ੍ਰੋਬਲਮ ਵੀ ਹੋ ਸਕਦੀਆਂ। ਸੋ ਉਹਦਾ ਇਲਾਜ ਇਹ ਹੈ ਕਿ ਕੈਵਿਟੀਜ਼ ਅਗਰ ਛੋਟੇ ਲੈਵਲ ਤੇ ਹੈ ਨੇ, ਉਹਨਾਂ ਨੂੰ ਦੰਦਾਂ ਨੂੰ ਤੁਸੀਂ ਫਿਲ ਕਰਕੇ ਬਚਾ ਸਕਦੇ ਹੋ। ਕਈ ਵਾਰੀ ਬੇਬੀ ਟੀਥ ਜਿਹੜੇ ਹੁੰਦੇ ਨੇ, ਜਿਹਨੂੰ ਆਪਾਂ ਕੱਚੇ ਦੰਦ ਕਹਿੰਦੇ, ਦੁੱਧ ਦੇ ਕੱਚੇ ਦੰਦ ਹੁੰਦੇ ਆ, ਉਹਨਾਂ ਨੂੰ ਵੀ ਬਚਾਇਆ ਜਾ ਸਕਦਾ ਹੈ। ਤੇ ਉਹ ਬਚਾ ਕੇ ਤੁਸੀਂ ਰੂਟ ਕਨਾਲ ਕਰਕੇ ਉੱਤੇ ਕਰਾਊਨ ਲਾ ਕੇ ਬੱਚਿਆਂ ਦੇ ਵੀ ਬਚਾਏ ਜਾ ਸਕਦੇ ਨੇ ਦੰਦ। ਤੇ ਉਹ ਦੰਦ ਰੱਖਣੇ ਜ਼ਰੂਰੀ ਹੁੰਦੇ ਨੇ, ਕਿਉਂਕਿ ਕੁਦਰਤ ਨੇ ਜਿਹੜੀ ਚੀਜ਼ ਬਣਾਈ ਹੈ ਉਹਦਾ ਕੋਈ ਰੋਲ ਹੈ ਸਾਡੀ ਲਾਈਫ ਦੇ ਵਿੱਚ, ਕਿ ਉਹ ਜਿਹੜੇ ਦੰਦ ਅਗਰ ਬੱਚਿਆਂ ਵਾਲੇ ਬੇਬੀ ਟੀਥ ਹੈ ਨੇ, ਉਹਨਾਂ ਨੂੰ ਅਗਰ ਆਪਾਂ ਮੇਨਟੇਨ ਰੱਖਾਂਗੇ, ਉਹਦੇ ਨਾਲ ਹੀ ਜਿਹੜੇ ਤੁਹਾਡੇ ਪਰਮਨੈਂਟ ਦੰਦ ਆ ਉਹ ਵਿੰਗੇ ਟੇਢੇ ਘੱਟ ਆਉਣਗੇ, ਤੇ ਉਹਨਾਂ ਸਪੇਸ ਇੱਕ ਪ੍ਰੋਪਰ ਬੈਟਰ ਹੈ ਕਿ ਪੇਰੈਂਟਸ ਹੀ ਪਹਿਲਾਂ ਧਿਆਨ ਰੱਖਣ ਕਿ ਉਹ ਖਰਾਬ ਹੋਣ ਹੀ ਨਾ ਦੇਣ ਬੱਚਿਆਂ ਦੇ ਦੰਦ, ਉਹਨਾਂ ਦੇ ਹੱਥ 'ਚ ਆ ਸਾਰਾ ਕੁਝ। ਬਿਲਕੁਲ, ਤੁਸੀਂ 100% ਮੈਂ ਐਗਰੀ ਕਰਦਾ ਤੁਹਾਡੀ ਇਸ ਗੱਲ ਤੇ। ਡਾਕਟਰ ਸਾਹਿਬ, ਇਹ ਤਾਂ ਚਲੋ ਬੱਚਿਆਂ ਦੀ ਗੱਲ ਹੋ ਗਈ, ਬੱਚਿਆਂ ਦੀ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ, ਬੜੇ ਰੀਜ਼ਨ ਹੁੰਦੇ ਆ। ਥੋੜ੍ਹਾ ਜਿਹਾ ਆਪਾਂ ਯੰਗ ਜਨਰੇਸ਼ਨ ਵੱਲ ਆਈਏ, ਕਈ ਵਾਰੀ ਨਾ ਸਮੈਲ ਆਉਂਦੀ ਆ, ਮੂੰਹ 'ਚ ਸਮੈਲ ਆਉਂਦੀ ਰਹਿੰਦੀ ਆ, ਜਾਂ ਪੀਲੇ ਹੋ ਜਾਂਦੇ ਦੰਦ, ਉਹਨਾਂ ਨੂੰ ਸਾਰਾ ਮੇਨਟੇਨ ਰੱਖਣ ਲਈ ਕੀ ਕਰਨਾ ਚਾਹੀਦਾ? ਸੋ ਮੇਰੇ ਰੰਧਾਵਾ ਸਾਹਿਬ, ਬਿਲਕੁਲ ਇਹ ਬੜੀ ਕਾਮਨ ਚੀਜ਼ ਹੈ ਅੱਜ ਕੱਲ੍ਹ। ਮੈਂ ਸਾਡੇ ਕੋਲ ਕਾਫੀ ਪੇਸ਼ੈਂਟ ਆਉਂਦੇ ਨੇ ਕਿ ਜਿਸ ਟਾਈਮ ਰੂਟੀਨ ਐਗਜ਼ਾਮ ਦੇ ਵਿੱਚ ਹੀ ਆਉਂਦੇ ਨੇ ਕਿ ਮੇਰੇ ਨਾ ਮੂੰਹ 'ਚੋਂ ਬਦਬੂ ਆਉਂਦੀ ਜਾਂ ਸਮੈਲ ਆਉਂਦੀ ਹੈ, ਜਾਂ ਮੇਰਾ ਪਾਰਟਨਰ ਕੰਪਲੇਨ ਕਰ ਰਿਹਾ ਹੈ ਉਹ। ਸੋ ਯੰਗ ਬੱਚਿਆਂ ਦੇ ਵਿੱਚ ਇਹਦਾ ਰੀਜ਼ਨ ਇਹ ਹੈ ਕਿ ਤੁਸੀਂ ਅਗਰ ਬਰਸ਼ਿੰਗ ਪ੍ਰੋਪਰ ਨਹੀਂ ਕਰਦੇ, ਕਲੀਨਿੰਗ ਨਹੀਂ ਕਰਦੇ ਟਾਈਮ ਦੇ ਉੱਤੇ, ਤੇ ਘਰੇ ਫਲਾਸ ਜਬ ਬਰਸ਼ ਨਹੀਂ ਕਰਦੇ, ਉਹਦੇ ਨਾਲ ਹੀ ਉਹ ਆਉਣੀ ਸ਼ੁਰੂ ਹੋ ਜਾਂਦੀ ਆ। ਤੇ ਦੂਸਰੀ, ਥੋੜ੍ਹੇ ਜਿਹੇ ਅਡਲਟਸ 'ਚ ਆਪਾਂ ਗੱਲ ਕਰੀਏ, ਉਹਨੂੰ ਆਪਾਂ ਜਿਸ ਟਾਈਮ ਬਰਸ਼ ਜਾਂ ਫਲਾਸ ਨਹੀਂ ਨਾਰਮਲ ਕਰਦੇ ਘਰੇ, ਉਹਦੇ ਨਾਲ ਕੀ ਹੁੰਦਾ ਕਿ ਮਸੂੜਿਆਂ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਆ। ਮਸੂੜਿਆਂ ਦੀ ਬਿਮਾਰੀ, ਜਿਹੜਾ ਕਿ ਸੋਜਾ ਮਸੂੜਿਆਂ ਦੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ, ਉਹਦੇ ਨਾਲ ਬੈਡ ਬ੍ਰੈਥ ਆਉਣੀ ਸ਼ੁਰੂ ਹੋ ਜਾਂਦੀ ਆ। ਉਹਦਾ ਇਲਾਜ ਇਹੀ ਹੈ ਕਿ ਸ਼ੁਰੂ ਤੋਂ ਆਪਾਂ ਘਰੇ ਫਲਾਸ ਬਰਸ਼ ਕਰੀਏ, ਤੇ 6 ਮਹੀਨੇ ਬਾਅਦ ਜਿਹੜੀ ਕਲੀਨਿੰਗ ਹੈ ਤੇ ਐਕਸਰੇ ਕਰਵਾਉਣੇ ਜ਼ਰੂਰੀ ਆ ਡਾਕਟਰਾਂ ਦੇ ਕੋਲ। ਇਹਦੇ ਨਾਲ ਹੋਰ ਵੀ ਕਈ ਬਿਮਾਰੀਆਂ ਲੱਗ ਜਾਂਦੀਆਂ ਹੋਣਗੀਆਂ ਜੇ ਤੁਸੀਂ ਇਹ ਪ੍ਰੀਕਾਸ਼ਨ ਨਹੀਂ ਕਰਦੇ। ਬਿਲਕੁਲ, ਪਲੇਗ ਵੀ ਲੱਗ ਸਕਦੀ ਆ ਜਾਂ ਕੋਈ ਹੋਰ ਵੀ ਕੁਝ। ਹਾਂਜੀ, ਉਹਦੇ ਨਾਲ ਕੀ ਹੁੰਦਾ, ਤੁਹਾਡੇ ਦੰਦ ਹਿੱਲਣੇ ਸ਼ੁਰੂ ਹੋ ਜਾਂਦੇ ਆ, ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਆ। ਤੇ ਉਹਦੇ ਨਾਲ ਈਵਨ ਦੋ ਕਈ ਵਾਰੀ ਕੀ ਹੁੰਦਾ, ਪ੍ਰੈਗਨੈਂਟ ਵੂਮਨਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਸਕਦੀਆਂ ਨੇ, ਕਿਉਂਕਿ ਉਹਦੇ ਵਿੱਚ ਤੁਹਾਡੇ ਜਿਹੜਾ ਅਗਰ ਮਸੂੜੇ ਤੁਹਾਡੇ ਤੰਦਰੁਸਤ ਨਹੀਂ ਹਨ, ਉਹ ਜਿਹੜੇ ਬੈਕਟੀਰੀਆ ਗਰੋ ਹੁੰਦਾ ਤੁਹਾਡੀ ਬਲੱਡ ਸਟਰੀਮ ਚਲਾ ਜਾਂਦਾ ਹੈ। ਤੇ ਬਲੱਡ ਸਟਰੀਮ ਜਾ ਕੇ ਉਹ ਜਿਹੜਾ ਬੱਚੇ ਦੇ ਇਫੈਕਟ ਕਰ ਦਿੰਦਾ। ਬੱਚੇ ਦਾ ਜਿਹੜਾ ਲੋ ਬਰਥ weight ਹੈ, ਇਟਸ ਵਨ ਆਫ ਦਾ ਕਾਜ਼। ਸੋ ਇਹ ਸੇਮ ਚੀਜ਼ ਆਪਣੇ ਕੁਝ ਬਿਮਾਰੀਆਂ ਜਿੱਦਾਂ ਨੇ, ਡਾਇਬੀਟੀਜ਼ ਹੈਗੀ ਆ, ਹਾਰਟ ਦੀਆਂ ਬਿਮਾਰੀਆਂ ਦੇ ਪੇਸ਼ੈਂਟ ਹੈ ਨੇ, ਤੇ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਆਪਾਂ ਕਲੀਨਿੰਗ ਬਹੁਤ ਜ਼ਿਆਦਾ ਰਿਕਮੈਂਡ ਕਰਦੇ ਹਾਂ ਕਿ ਹਰ 6 ਮਹੀਨੇ ਬਾਅਦ ਤੁਹਾਡੀ ਕਲੀਨਿੰਗ ਹੋਣੀ ਜ਼ਰੂਰੀ ਆ। ਤੇ ਉਹਦੇ ਨਾਲ ਕੀ ਹੋਏਗਾ ਕਿ ਤੁਹਾਡੇ ਜਿਹੜੇ ਮਸੂੜੇ ਹੈਲਦੀ ਰਹਿਣਗੇ, ਦੰਦ ਹੈਲਦੀ ਰਹਿਣਗੇ, ਤੇ ਤੁਹਾਡੀ ਬਾਡੀ ਹੈਲਦੀ ਰਹੂਗੀ। ਦੇਖੋ, ਮੂੰਹ ਵੀ ਜਿਹੜਾ ਤੁਹਾਡਾ ਹੈ ਉਹ ਬਾਡੀ ਦੇ ਨਾਲ ਕਨੈਕਟਡ ਹੈ। ਠੀਕ ਹੈ ਜੀ। ਅਗਰ ਆਪਾਂ ਹਾਰਟ ਤੋਂ ਤੇ ਆਪਣੇ ਦਿਲ ਤੋਂ ਦੇਖਿਆ ਜਾਏ, ਕੋਈ ਜ਼ਿਆਦਾ ਫਰਕ ਨਹੀਂ ਹੈਗਾ, ਉਹ 7-8 ਇੰਚ ਦਾ ਫਰਕ ਹੈ। ਸੋ ਇਸ ਕਰਕੇ ਜੇ ਤੁਹਾਡਾ ਮੂੰਹ ਨਹੀਂ ਹੈਲਦੀ ਹੈ ਤਾਂ ਤੁਹਾਡਾ ਹਾਰਟ ਵੀ ਹੈਲਦੀ ਹੈ। ਬਿਲਕੁਲ ਨੀਅਰੈਸਟ ਉਹੀ ਹੈ ਜਿਹੜਾ ਜਿੱਥੋਂ ਸਾਰਾ ਕੁਝ ਅੰਦਰ ਜਾਂਦਾ। ਹਾਂਜੀ, ਉਹਦੇ ਨਾਲ ਬੈਕਟੀਰੀਆ ਤੁਹਾਡੇ ਹਾਰਟ ਤੇ ਜਾ ਕੇ ਇਫੈਕਟ ਕਰ ਸਕਦਾ, ਤੁਹਾਡੇ ਲਿਵਰ ਦੇ ਉੱਤੇ ਇਫੈਕਟ ਕਰ ਸਕਦਾ, ਬਾਕੀ ਅੰਗਾਂ ਨੂੰ ਵੀ ਇਫੈਕਟ ਕਰ ਸਕਦਾ। ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ ਦੰਦਾਂ ਦੇ ਬਚਾਅ ਲਈ? ਦੇਖੋ, ਦੰਦਾਂ ਦੇ ਬਚਾਅ ਵਾਸਤੇ ਪਹਿਲੀ ਗੱਲ ਤਾਂ ਕਰੀਏ ਕਿ ਆਪਾਂ ਜਿਹੜੀ ਮਿੱਠੇ, ਚਾਕਲੇਟ, ਕੈਂਡੀ ਹੋ ਗਈ, ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਜੋ ਬੱਚਿਆਂ ਨੂੰ ਰੋਕਦੇ ਆ, ਉਹੀ ਵੱਡਿਆਂ ਨੂੰ ਵੀ ਜ਼ਰੂਰੀ ਹੈ ਰੋਕਣਾ। ਠੀਕ ਹੈ ਜੀ। ਤੇ ਉਹਦੇ ਨਾਲ ਬੇਸਿਕਲੀ ਉਹੀ ਹੁੰਦਾ ਕਿ ਕੈਵਿਟੀਜ਼ ਪ੍ਰੋਡਿਊਸ ਹੁੰਦੀਆਂ ਨੇ,
ਤੇ ਨਾਲ ਬਸੂੜੇ ਦੀ ਬਿਮਾਰੀ ਪ੍ਰੋਡਿਊਸ ਹੁੰਦੀ ਆ। ਜੀ ਜੀ। ਤੇ ਦੂਸਰੀ ਖਾਣੇ ਨੂੰ ਮੈਂ ਇਹ ਰეკਮੈਂਡ ਕਰੂੰਗਾ, ਦੁੱਧ ਆਪਣੇ ਪੰਜਾਬੀ ਕਲਚਰ ਦੇ ਵਿੱਚ ਬੜੀ ਆਪਾਂ ਪੀਂਦੇ ਆ, ਚੀਜ਼ ਮੰਨੀ ਗਈ ਹੈ, ਅਹਿਮ ਮੰਨੇ ਜਾਂਦੇ। ਤੇ ਆਪਾਂ ਜਿਸ ਟਾਈਮ ਦੁੱਧ ਦੀਆਂ ਬਣੀਆਂ ਚੀਜ਼ਾਂ ਵੀ ਖਾਂਦੇ ਆ ਅੱਛਾ, ਤੇ ਉਹਦੇ ਨਾਲ ਕੀ ਹੁੰਦਾ, ਜਿਹੜੇ ਬੈਕਟੀਰੀਆ ਦੀ ਗਰੋਥ ਜ਼ਿਆਦਾ ਫਾਸਟ ਹੁੰਦੀ ਤੁਹਾਡੇ ਮੂੰਹ 'ਚ। ਓਕੇ। ਤੇ ਉਸ ਤੋਂ ਜਿੰਨੀ ਛੇਤੀ ਤੁਸੀਂ ਖਾਣ ਤੋਂ ਬਾਅਦ ਬ੍ਰਸ਼ ਕਰ ਲਓ ਤੇ ਉਹ ਜ਼ਿਆਦਾ ਵਧੀਆ ਹੈ। ਓਕੇ ਓਕੇ। ਤੇ ਉਹਦੇ ਨਾਲ ਵੀ ਤੁਹਾਡੀ ਜਿਹੜੀ ਆ ਰਿਕਮੈਂਡ ਤੁਸੀਂ ਇਹੋ ਕਰਦੇ ਵੀ ਕੋਈ ਵੀ ਚੀਜ਼ ਖਾਂਦੇ ਹੋ ਉਸ ਤੋਂ ਬਾਅਦ ਬ੍ਰਸ਼ ਜ਼ਰੂਰ ਕਰੋ। ਬਿਲਕੁਲ, ਹਾਂਜੀ। ਕੋਈ ਸਪੈਸ਼ਲ ਵੀ ਹੁੰਦਾ, ਪੇਸਟ ਵੀ ਹੁੰਦਾ ਨਾ, ਅੱਜ ਕੱਲ੍ਹ ਕੰਪਨੀਆਂ ਕਾਫੀ ਆ ਗਈਆਂ, ਕੋਈ ਸਪੈਸ਼ਲ ਪੇਸਟ ਹੁੰਦਾ ਜਿਹੜੇ ਕਿ ਦੰਦਾਂ ਲਈ ਸਪੈਸ਼ਲ ਚੰਗੇ ਹੁੰਦੇ, ਡਾਕਟਰ ਕਿਹਨੂੰ ਰਿਕਮੈਂਡ ਕਰਦੇ, ਕਿਹੜੇ ਪੇਸਟ ਨੂੰ ਰਿਕਮੈਂਡ ਕਰਦੇ ਆ? ਸੋ देयर इज ਐਸ ਸੱਚ ਕੋਈ ਇਸ ਤਰ੍ਹਾਂ ਦਾ ਕੋਈ ਇੱਕ ਪੇਸਟ ਅਗਰ ਆਪਾਂ ਮੰਨੀਏ ਕਿ ਉਹ 'ਚ ਸਾਰੀਆਂ ਚੀਜ਼ਾਂ ਹੋਣਗੀਆਂ, ਉਹ ਨਹੀਂ ਮਿਲਣਗੀਆਂ ਤੁਹਾਨੂੰ। ਇਹ ਜਿਵੇਂ ਤੁਹਾਡੇ ਤੁਸੀਂ ਆਪਣੇ ਨਹਾਉਣ ਵਾਸਤੇ ਸਾਬਣ ਤੁਸੀਂ ਯੂਜ਼ ਕਰਦੇ ਨਾ, ਫਿਰ ਕਿਹੜਾ ਸਾਬਣ ਵਧੀਆ ਤੁਹਾਡੇ ਵਾਸਤੇ, ਕਿਹੜੇ ਵਾਲਾ ਸਾਬਣ ਵਧੀਆ। ਜੀ ਜੀ। ਅਗਰ ਉਸ ਬ੍ਰਸ਼ ਦੇਖੋ ਉਹਦੇ ਵਿੱਚ ਅਗਰ ਟੂਥਪੇਸਟ ਦੇ ਵਿੱਚ ਫਲੋਰਾਈਡ ਹੈ ਤੇ ਕਲੀਨਿੰਗ ਕਰਨ ਦਾ ਉਹਦੇ ਵਿੱਚ ਮਟੀਰੀਅਲ ਹੈ, ਉਹ ਗੁੱਡ ਇਨਫ ਹੈ। ਉਹ ਆਪ ਹੀ ਦੇਖ ਸਕਦਾ ਬੰਦਾ, ਉਹ ਆਪ ਦੇਖ ਸਕਦੇ ਹੋ। ਤੁਸੀਂ ਲੇਬਲ ਪੜ੍ਹ ਕੇ ਦੇਖੋਗੇ। ਕੋਲਗੇਟ ਬੜੀ ਪੁਰਾਣੀ ਕੰਪਨੀ ਹੈ, ਓਰਲ ਵੀ ਹੋ ਗਿਆ, ਪ੍ਰੋਮਿਸ ਹੋ ਗਿਆ, ਅੱਜ ਕੱਲ੍ਹ ਹਰਬਲ ਕਈ ਟੂਥਪੇਸਟ ਚੱਲ ਪਏ ਨੇ, ਉਹਦੇ 'ਚ ਲੌਂਗਾਂ ਦਾ ਤੇਲ ਹੈ, ਲੋਕ ਕਲੇਮ ਕਰਦੇ ਨੇ, ਬਟ ਐਟ ਦ ਐਂਡ ਆਫ ਦ ਡੇ ਤੁਸੀਂ ਆਪਣੇ ਆਪ ਲੇਬਲ ਪੜ੍ਹ ਕੇ ਦੇਖਣਾ ਆਪ ਚਾਹੀਦਾ। ਦੂਜੀ ਗੱਲ, ਕਈ ਵਾਰੀ ਡਾਕਟਰਸ ਅਵੇਲੇਬਲ ਨਹੀਂ ਹੁੰਦੇ, ਰਾਤ ਨੂੰ, ਅੱਧੀ ਰਾਤ ਨੂੰ, ਜਾਂ ਮਤਲਬ ਮਿਡਨਾਈਟ, ਜਾਂ ਮਤਲਬ ਕਦੋਂ ਵੀ ਕਿਸੇ ਦੇ ਦੰਦ ਦੁਖਦਾ, ਕੋਈ ਇਸ ਤਰ੍ਹਾਂ ਦੀ ਕੋਈ ਮੈਡੀਸਨ ਹੁੰਦੀ ਹੈ ਜਿਹੜਾ ਬੰਦਾ ਮਤਲਬ ਘਰ ਵੀ ਆਪਣੇ ਤੌਰ ਤੇ ਲੈ ਸਕਦਾ ਤੇ ਅਗਲੇ ਦਿਨ ਡਾਕਟਰ ਦੀ ਅਪਾਇੰਟਮੈਂਟ ਉਹਦੀ ਬਣਾਈ ਜਾ ਸਕਦੀ ਹੈ? ਹਾਂਜੀ ਬਿਲਕੁਲ। ਕਈ ਵਾਰੀ ਹੁਣ ਫਸਟ ਏਡ ਦੀ ਮੈਂ ਗੱਲ ਕਰਦਾ ਇੱਕ ਤਰ੍ਹਾਂ। ਬਿਲਕੁਲ, ਹਾਂਜੀ। ਸੋ ਇਹ ਬੜੀ ਕਾਮਨ ਕੁਐਸਚਨ ਲੋਕੀ ਪੁੱਛਦੇ ਨੇ ਵੀ ਅੱਛਾ ਲੌਂਗਾਂ ਦਾ ਤੇਲ ਬੈਟਰ ਹੈ ਜਾਂ ਨਹੀਂ ਸਾਡੇ ਵਾਸਤੇ। ਲੌਂਗਾਂ ਦਾ ਤੇਲ ਵਧੀਆ ਚੀਜ਼ ਹੈ, ਪਰ ਰਿਕਮੈਂਡਡ ਕਿ ਉਹ ਦੰਦ ਦੇ ਵਿੱਚ ਹੀ ਲੱਗਿਆ ਜਾਵੇ, ਜਗ੍ਹਾ ਖੋੜ ਤੇ ਤੁਸੀਂ ਲਗਾਉਣੇ ਆ। ਤੇ ਉਹ ਲਈ ਤੁਹਾਨੂੰ ਜਾਂ ਤਾਂ ਕੋਈ ਬੰਦਾ ਐਕਸਪਰਟ ਹੋਵੇ ਦੇਖ ਕੇ ਜਿਹੜਾ ਲਾ ਸਕੇ, ਉਹਦੇ ਕਰਕੇ ਬਹੁਤ ਵਧੀਆ ਇਲਾਜ ਹੋ ਜਾਂਦਾ ਹੈ। ਟੈਂਪਰੇਰੀਲੀ ਉਹਨਾਂ ਫਰਕ ਪੈਂਦਾ ਕਿ ਪਰਮਾਨੈਂਟ ਇਲਾਜ ਨਹੀਂ ਹੈਗਾ। ਜੀ ਜੀ ਜੀ। ਤੇ ਦੂਸਰੀ ਮੈਂ ਇਹ ਰਿਕਮੈਂਡ ਕਰੂੰਗਾ ਕਿ ਤੁਸੀਂ ਜਿੱਦਾਂ ਅਗਰ ਦਰਦ ਹੋ ਰਹੀ ਹੈ ਬਹੁਤ ਜ਼ਿਆਦਾ ਕਿਤੇ ਦੰਦ ਦੇ ਵਿੱਚ, ਤੁਸੀਂ ਐਡਵਿਲ ਦੀ ਜਾਂ ਮੋਟਰਿਨ ਦੀ ਜਾਂ ਆਈਬੂਪ੍ਰੋਫਨ ਦੀ ਗੋਲੀ ਲੈ ਸਕਦੇ ਹੋ ਅਗਰ ਤੁਹਾਡਾ ਬਲੱਡ ਪ੍ਰੈਸ਼ਰ ਨਹੀਂ ਹਾਈ ਹੈ। ਅਗਰ ਤੁਸੀਂ ਬਲੱਡ ਥਿਨਰ ਨਹੀਂ ਲੈ ਰਹੇ ਤੇ ਤੁਸੀਂ ਪੈਰਾਸੀਟਾਮੋਲ ਜਾਂ ਆਈਬੂਪ੍ਰੋਫਨ ਦੀ ਗੋਲੀ ਤੁਸੀਂ ਲੈ ਸਕਦੇ ਹੋ। ਤੇ ਬੋਰਡ ਜਿਹੜੀ ਡੋਜ਼ ਹੁੰਦੀ ਹੈ ਉਹ ਰਿਕਮੈਂਡਡ ਓਵਰ ਦਾ ਕਾਊਂਟਰ ਜਿਹੜੀ ਹੈ 200 ਮਿਲੀਗ੍ਰਾਮ 400 ਮਿਲੀਗ੍ਰਾਮ ਤੱਕ ਤੁਸੀਂ ਲੈ ਸਕਦੇ ਹੋ। ਹੁਣ ਆਉਂਦੇ ਆ ਜੀ ਆਪਾਂ ਤੁਹਾਡੇ ਪ੍ਰੋਫੈਸ਼ਨ ਵੱਲ, ਵੀ ਤੁਸੀਂ ਕਿਸ ਚੀਜ਼ ਦੇ ਸਪੈਸ਼ਲਿਸਟ ਹੋ, ਕਿਸ ਤਰੀਕੇ ਦੇ ਜਿਹੜੇ ਪੇਸ਼ੈਂਟਸ ਉਹ ਤੁਸੀਂ ਦੇਖਦੇ ਹੋ? ਹਾਂਜੀ, ਮੈਨੂੰ ਸੈਕਰਾਮੈਂਟੋ ਏਰੀਆ 'ਚ ਸੇਵਾਵਾਂ ਦਿੰਦੇ ਨੂੰ ਆਲਮੋਸਟ ਕੋਈ 20 ਸਾਲ ਤੋਂ ਉੱਤੇ ਹੋ ਗਏ ਨੇ ਜੀ। ਅੱਛਾ ਜੀ। ਤੇ 4 ਆਫਿਸ ਨੇ ਸਾਡੇ ਇੱਥੇ, ਤੇ ਫੋਲਸਮ, ਰੌਕਲੈਂਡ, ਵੁੱਡਲੈਂਡ ਤੇ ਸੈਕਰਾਮੈਂਟੋ ਦੇ ਟੋਮਸ ਏਰੀਆ ਦੇ ਵਿੱਚ। ਜੀ ਜੀ। ਰੂਪਰਾ ਡੈਂਟਲ ਕਾਰਪੋਰੇਸ਼ਨ ਦੇ ਨਾਮ ਨਾਲ ਉਹ ਜਾਣੇ ਜਾਂਦੇ ਨੇ। ਠੀਕ ਹੈ ਜੀ। ਤੇ ਅਸੀਂ ਸੇਵਾਵਾਂ ਦਿੰਦੇ ਆ ਨਿਊ ਬੋਰਨ ਬੇਬੀਜ਼ ਤੋਂ ਲੈ ਕੇ ਜਿਹੜੇ 2 ਸਾਲ ਦੇ ਇੱਕ ਤੋਂ ਬੱਚੇ ਤੋਂ ਲੈ ਕੇ ਸੀਨੀਅਰ ਸਿਟੀਜ਼ਨ ਤੱਕ ਸਾਰੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਉੱਥੇ। ਸੋ ਅਸੀਂ ਬੱਚਿਆਂ ਦਾ ਟ੍ਰੀਟਮੈਂਟ ਦਿੰਦੇ ਆ, ਕੈਵਿਟੀਜ਼ ਕਲੀਨਿੰਗ, ਟੀਥ ਕਲੀਨਿੰਗ ਹੋ ਗਈ, ਕੈਵਿਟੀਜ਼ ਫਿਲਿੰਗ ਕਰਨ ਹੋ ਗਿਆ, ਆਰਥੋਡੋਂਟਿਕ ਟ੍ਰੀਟਮੈਂਟ। ਫਿਰ ਤੁਸੀਂ ਗਰੋਨ ਅਪ ਜਿਹੜੇ ਬੱਚੇ ਟੀਨੇਜਰ 'ਚ ਆ ਜਾਓ ਉਹਨਾਂ ਵਾਸਤੇ ਬ੍ਰੇਸਿਸ, ਕਲੀਅਰ ਅਲਾਈਨਰਸ ਥੈਰੇਪੀ ਹੋ ਗਈ, ਇਨਵਿਜ਼ਲਾਈਨ ਹੋ ਗਿਆ, ਕਲੀਅਰ ਕਰੈਕਟ ਹੋ ਗਈ, ਤੇ ਕਰਾਊਨ, ਬ੍ਰਿਜ ਵਰਕ, ਰੂਟ ਕਨਾਲਸ, ਵਿਜ਼ਡਮ ਟੀਥ ਐਕਸਟ੍ਰੈਕਸ਼ਨਸ। ਅੱਛਾ ਜੀ। ਤੇ ਉਸ ਤੋਂ ਬਾਅਦ ਆ ਤੁਸੀਂ ਅੱਜ ਕੱਲ੍ਹ ਕਈ ਵਾਰੀ ਮਿਸਿੰਗ ਦੰਦ ਹੁੰਦੇ ਨੇ, ਉਹਦੇ ਵਿੱਚ ਬੋਨ ਗ੍ਰਾਫਟ ਕਰਕੇ ਇੰਪਲਾਂਟ ਲਾਉਣ ਦਾ ਜਿਹੜਾ ਕੰਮ ਹੈ। ਤੇ ਅੱਜ ਕੱਲ੍ਹ ਜਿਸ ਤਰ੍ਹਾਂ ਸੀਨੀਅਰ ਸਿਟੀਜ਼ਨ ਕਈਆਂ ਦੇ ਦੰਦ ਸਾਰੇ ਨਿਕਲੇ ਹੋਏ ਨੇ ਤੇ ਉਹਨਾਂ ਵਾਸਤੇ ਡੈਂਚਰਸ ਹੋ ਗਏ, ਤੇ ਉਹਨਾਂ ਵਾਸਤੇ ਆਲ ਔਨ 4 ਅੱਜ ਕੱਲ੍ਹ ਇੱਕ ਨਵਾਂ ਟ੍ਰੀਟਮੈਂਟ ਚੱਲਿਆ ਹੋਇਆ। ਤੁਸੀਂ 4 ਜਾਂ 5 ਇੰਪਲਾਂਟ ਤੁਸੀਂ ਜਵਾੜੇ ਦੇ ਵਿੱਚ ਲਗਾਉਂਦੇ ਹੋ, ਉਹਦੇ ਉੱਤੇ ਫਿਕਸ ਡੈਂਚਰ ਲੱਗ ਜਾਂਦਾ। ਤੁਸੀਂ ਨਾਰਮਲ ਆਮ ਬੰਦੇ ਵਾਂਗੂ ਆਪਣੀ ਜ਼ਿੰਦਗੀ ਤੁਸੀਂ ਬਤੀਤ ਕਰ ਸਕਦੇ। ਅੱਗੇ ਜਿਸ ਤਰ੍ਹਾਂ ਹੁੰਦਾ ਸੀਗਾ ਵੀ ਦੰਦ ਕੱਢ ਕੇ ਗਲਾਸ 'ਚ ਰੱਖ ਦੇਣੇ ਬਜ਼ੁਰਗਾਂ ਨੇ, ਉਹ ਹੁਣ ਲੋੜ ਨਹੀਂ ਹੈਗੀ ਉਹਦੀ। ਉਹ ਲੋੜ ਨਹੀਂ ਹੈ ਜੀ, ਕਿਉਂਕਿ ਉਹ ਹੈਲਦੀ ਤਰੀਕਾ ਨਹੀਂ ਹੈ। ਉਹ ਬੇਸਿਕਲੀ ਇੱਕ ਕਹਿ ਲਓ ਵੀ ਉਹ ਜਿਹੜੇ ਡੈਂਚਰ ਦਾ ਕੰਮ ਸੀਗਾ, ਉਹ ਤੁਸੀਂ ਕਿਸੇ ਦੀ ਅਗਰ ਲੱਤ ਟੁੱਟ ਗਈ ਹੈ ਤੁਸੀਂ ਉਹਨੂੰ ਪ੍ਰੋਸਥੈਟਿਕ ਲੱਕ ਤੇ ਦਿੰਦੇ ਸੀਗੇ, ਥੋੜੀ ਦੇ ਦਿੱਤੀ ਕਿਸੇ ਨੇ, ਥੋੜੀ ਦੇ ਦਿੱਤੀ, ਉਹ ਤਾਂ ਥੋੜੀ ਸੀ। ਹਾਂਜੀ। ਇਹ ਪੱਕਾ ਜਿਵੇਂ ਰੀਅਲ ਦੰਦ ਹੁੰਦੇ ਆ ਉਸੇ ਟਾਈਪ ਦੇ? ਬਿਲਕੁਲ ਜੀ, ਇਹ ਤੁਹਾਨੂੰ ਇੱਕਦਮ ਰੀਅਲ ਲੱਗਦੇ ਨੇ। ਖਾਣ ਪੀਣ ਨੂੰ ਤੁਸੀਂ 32 ਦੇ 32 ਦੰਦ ਹੈ ਜੀ। 32 ਦੇ 32 ਐਕਚੁਅਲੀ 32 ਦੀ ਜ਼ਰੂਰਤ ਨਹੀਂ ਹੁੰਦੀ।
ਤੁਸੀਂ 28 ਦਿਨ ਤੱਕ ਨਹੀਂ ਲਗਾ ਸਕਦੇ ਹੋ। ਹਾਂਜੀ। ਤੇ ਕਿੰਨੇ ਇੰਪਲਾਂਟ ਕਰਦੇ ਹੋ ਤੁਸੀਂ ਵਿੱਚ ਉਹ 28 ਦਿਨਾਂ ਲਈ? 28 ਦਿਨਾਂ ਵਾਸਤੇ ਤੁਹਾਨੂੰ ਕੱਲਾ ਇੰਪਲਾਂਟ ਲਾਉਣ ਦੀ ਜ਼ਰੂਰਤ ਨਹੀਂ ਹੈ। ਹਾਂਜੀ ਹਾਂਜੀ, ਉਹੀ ਮੇਰਾ ਕੁਐਸਚਨ ਹੈ। ਹਾਂਜੀ, ਉਹਦੇ ਵਾਸਤੇ ਤੁਸੀਂ 4 ਜਾਂ 5 ਇੰਪਲਾਂਟ ਜਿੰਨੀ ਤੁਹਾਡੀ ਜਵਾੜੇ ਦੇ ਵਿੱਚ ਬੋਨ ਹੈ ਜੀ ਤੇ ਉਹਦੇ ਵਿੱਚ ਲਗਾਏ ਜਾਂਦੇ ਨੇ। ਉਹ ਤੋਂ ਪਹਿਲਾਂ ਇਹ ਉਦੋਂ ਹੀ ਪੋਸੀਬਲ ਹੈਗਾ ਜਦੋਂ ਤੁਹਾਡੇ ਪਹਿਲੇ ਦੰਦ ਸਾਰੇ ਨਿਕਲ ਜਾਣ? ਸਾਰੇ ਨਿਕਲ ਗਏ ਹੋਣ। ਜੀ ਜੀ ਹਾਂ, ਅਗਰ ਕਈ ਵਾਰੀ ਤੁਹਾਡੇ ਮਸੂੜੇ ਦੀ ਪ੍ਰੋਬਲਮ ਚੱਲ ਰਹੀ ਹੈ, ਤੁਹਾਡੇ ਥੋੜੇ ਬਹੁਤੇ ਦੰਦ ਰਹਿ ਗਏ ਤੇ ਉਹਦੇ ਵਿੱਚ ਮੈਂ ਇੱਕ ਗੱਲ ਆਪਣੀ ਕਮਿਊਨਿਟੀ 'ਚ ਮੈਂ ਐਡਵਾਈਸ ਕਰੂੰਗਾ ਕਿ ਜਿਸ ਟਾਈਮ ਦੰਦ ਕਢਾਉਣ ਜਾਂਦੇ ਆ ਤੇ ਉਹ ਅੱਜ ਕੱਲ੍ਹ ਨਾ ਤੁਹਾਨੂੰ ਡਾਕਟਰ ਜਿਹੜੇ ਨੇ ਬੋਨ ਗ੍ਰਾਫਟ ਆਫਰ ਕਰਦੇ ਨੇ। ਠੀਕ ਹੈ ਜੀ। ਆਫਟਰ ਜਿਹੜੇ ਦੰਦ ਕੱਢਿਆ ਜਾਂਦਾ ਹੈ ਉਹਦੇ ਵਿੱਚ ਨਾ ਇੱਕ ਤੁਹਾਡੇ ਜਵਾੜੇ ਦੇ ਵਿੱਚ ਬੜਾ ਸਾਰਾ ਹੋਲ ਹੁੰਦਾ ਹੈ, ਜਿਵੇਂ ਇਸ ਲਾਈਕ ਰਿਮੂਵਿੰਗ ਏ ਓਕ ਟਰੀ ਫਰਮ ਦ ਗਰਾਊਂਡ। ਤੁਸੀਂ ਪਿੱਪਲ ਦਾ ਜਿਵੇਂ ਦਰਖਤ ਹੈ ਕਹਿ ਲਓ ਜ਼ਮੀਨ ਚੋਂ ਕੱਢਿਆ, ਉਹਦੀਆਂ ਜਿਹੜੇ ਜੜ੍ਹਾਂ ਕੱਢਦੇ ਹੋ ਉਹ ਕਾਫੀ ਸਾਰਾ ਖੱਡਾ ਬਣ ਜਾਂਦਾ ਜ਼ਮੀਨ 'ਚ। ਜੀ ਜੀ। ਅਗਰ ਉਹਨੂੰ ਤੁਸੀਂ ਫਿਲ ਨਹੀਂ ਕਰਦੇ ਡਰਟ ਦੇ ਨਾਲ, ਉਹਨੂੰ ਤੁਸੀਂ ਮਿੱਟੀ ਪਾ ਕੇ ਪੂਰਦੇ ਨਹੀਂ ਹੋ ਤੇ ਦੁਬਾਰਾ ਕੁਝ ਲਗਾਉਣਾ ਔਖਾ। ਦੁਬਾਰਾ ਨਹੀਂ ਜਲਦੀ ਹੁੰਦਾ। ਸੇਮ ਚੀਜ਼ ਬਿਲਕੁਲ। ਤੁਸੀਂ ਘਰ ਵਧੀਆ ਬਣਾਉਣਾ ਚਾਹੁੰਦੇ ਹੋ, ਉਹਦੇ ਵਾਸਤੇ ਫਾਊਂਡੇਸ਼ਨ ਦੀ ਜ਼ਰੂਰਤ ਹੈ। ਓਕੇ। ਸੋ ਜਿਸ ਟਾਈਮ ਆਪਾਂ ਦੰਦ ਕੱਢੀਦਾ ਆ, ਤੁਹਾਡੇ ਪਹਿਲੇ ਸਾਲ 'ਚ 40% ਸ਼ਰਿੰਕੇਜ ਹੋ ਜਾਂਦੀ ਬੋਨ ਦੀ। ਸੋ ਇਸ ਕਰਕੇ ਆਪਣੀ ਕਮਿਊਨਿਟੀ 'ਚ ਮੈਂ ਐਜੂਕੇਟ ਕਰਨਾ ਚਾਹੁੰਦਾ ਕਿ ਬਾਕੀ ਕਮਿਊਨਿਟੀ 'ਚ ਵੀ ਲੋਕੀ ਬਹੁਤ ਆਉਂਦੇ ਨੇ, ਲੋਕਾਂ ਕੋਲ ਹੁਣ ਪੈਸੇ ਵੀ ਹੈ ਨੇ ਪਹਿਲਾਂ ਨਾਲੋਂ ਜ਼ਿਆਦਾ, ਅਫੋਰਡੇਬਿਲਿਟੀ ਵੀ ਹੈ, ਉਹ ਇੰਪਲਾਂਟ ਕਰਾਉਣਾ ਚਾਹੁੰਦੇ ਆ ਪਰ ਉਹਨਾਂ ਦੇ ਬੋਨ ਨਹੀਂ ਹੈਗੀ, ਪੁਰਾਣੇ ਟਾਈਮ ਦੇ ਦੰਦ ਕੱਢੇ ਹੋਏ ਨੇ। ਓਕੇ। ਸੋ ਇਹ ਹਾਈਲੀ ਰਿਕਮੈਂਡਡ ਹੈ ਕਿ ਜਿਸ ਟਾਈਮ ਤੁਸੀਂ ਦੰਦ ਕਢਾਉਣ ਜਾਓ ਡਾਕਟਰ ਨੂੰ ਪੁੱਛੋ ਕਿ ਤੁਸੀਂ ਮੇਰੇ ਬੋਨ ਗ੍ਰਾਫਟ ਦੀ ਜ਼ਰੂਰਤ ਹੈ ਜਾਂ ਨਹੀਂ। ਉਹ ਥੋੜੇ ਜਿਹੇ ਤੁਹਾਡੇ ਐਕਸਟਰਾ ਚਾਰजेस ਹੁੰਦੇ ਨੇ ਪਰ ਇਹ ਲੌਂਗ ਰਨ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਕਰਦੇ ਨੇ। ਓਕੇ। ਅਗਰ ਹੁਣ ਤੁਸੀਂ ਘਰ ਵਧੀਆ ਬਣਾਉਣਾ ਚਾਹੁੰਦੇ ਹੋ, ਗ੍ਰੈਨਾਈਟ ਕਾਊਂਟਰ ਟਾਪ ਲਾਉਣਾ ਚਾਹੁੰਦੇ ਹੋ, ਸਾਰਾ ਕੁਝ ਵਧੀਆ ਬਣਾਉਣਾ ਚਾਹੁੰਦੇ ਹੋ, ਅਗਰ ਘਰ ਦਾ ਨੀਂਹ ਪੱਥਰ ਮਜ਼ਬੂਤ ਨਹੀਂ ਹੈ ਤੇ ਤੁਸੀਂ ਘਰ ਜ਼ਿਆਦਾ ਦੇਰ ਟਿਕੇਗਾ ਨਹੀਂ। ਜੀ ਬਿਲਕੁਲ ਬਿਲਕੁਲ ਠੀਕ ਗੱਲ ਹੈ ਤੁਹਾਡੀ। ਤੇ ਇਹ ਤਾਂ ਹੋ ਗਿਆ ਬਜ਼ੁਰਗਾਂ ਲਈ ਜਾਂ ਜਿਨ੍ਹਾਂ ਦੇ ਸਾਰੇ ਦੰਦ ਨਿਕਲ ਜਾਂਦੇ ਆ ਉਹਨਾਂ ਲਈ ਹੋ ਗਿਆ। ਜੇ ਫਰਜ਼ ਕੀਤਾ 3 ਦੰਦ ਟੁੱਟਦੇ ਆ ਉਹਦੇ ਲਈ ਵੀ ਇੱਕ ਕਰਦੇ ਹੋ ਕਿ 3 ਹੀ ਤੁਹਾਨੂੰ ਇੰਪਲਾਂਟ ਕਰਨਾ ਪੈਂਦਾ ਉਹਦੇ ਲਈ ਵੀ? ਦੇਖੋ ਉਹਦੇ ਵਾਸਤੇ ਆਪਾਂ ਕਈ ਵਾਰੀ ਬ੍ਰਿਜ ਵੀ ਲਾ ਸਕਦੇ ਹਾਂ, ਉਹ ਫਿਕਸਡ ਆਪਸ਼ਨ ਹੈ ਤੁਹਾਡੇ ਕੋਲ। ਬ੍ਰਿਜ ਕੀ ਹੁੰਦਾ ਕਿ ਜਿਹੜੇ ਆਲੇ ਦੁਆਲੇ ਦੇ 2 ਦੰਦ ਬਚ ਗਏ ਆ ਉਹਨਾਂ ਦੇ ਉੱਤੇ ਕਰਾਊਨ ਲਗਾ ਕੇ। ਪਰ ਕਈ ਵਾਰੀ ਕਹਿੰਦੇ ਨੇ ਵੀ ਉਹ ਦੰਦ ਵੀ ਫਿਰ ਵੇਸਟ ਹੋ ਜਾਂਦੇ ਜੇ ਤੁਸੀਂ ਉਹਨੂੰ। ਹਾਂਜੀ, ਉਹਦੀ ਇੱਕ ਮੇਨਟੇਨੈਂਸ ਹੈ। ਉਹਨੂੰ ਤੁਸੀਂ ਐਵਰੇਜ ਜਿਹੜੀ ਲਾਈਫ ਹੈ 7-10 ਸਾਲ ਚੱਲ ਜਾਂਦੇ ਨੇ ਚੰਗਾ ਉਹ ਵੀ, ਅਗਰ ਤੁਸੀਂ ਮੇਨਟੇਨ ਕਰਦੇ ਹੋ। ਤੇ ਹਾਂ, ਕਈ ਵਾਰੀ ਲੋਕੀ ਕਹਿੰਦੇ ਕਿ ਨਹੀਂ ਅਸੀਂ ਨਹੀਂ ਆਪਣੇ ਦੂਜੇ ਆਲੇ ਦੁਆਲੇ 2 ਦੰਦਾਂ ਨੂੰ ਪ੍ਰੈਸ਼ਰ ਨਹੀਂ ਪਾਉਣਾ। ਇੰਪਲਾਂਟ ਇਜ਼ ਦਾ ਆਫ ਕੋਰਸ ਇਜ਼ the best thing next to your own teeth। ਬ੍ਰਿਜ ਜਿਹੜਾ ਮੈਂ ਸੈਕੰਡ ਆਪਸ਼ਨ ਕਹੂੰਗਾ ਜੀ। ਥਰਡ ਆਪਸ਼ਨ ਹੁੰਦੀ ਹੈ ਕਿ ਪਾਰਸ਼ਲ ਡੈਂਚਰ ਤੁਸੀਂ ਲਗਾਤਾ ਜੀ। ਜੋ ਕੱਢਣ ਪਾਉਣੇ ਵਾਲੀ ਚੀਜ਼ ਆ ਉਹ ਲੋਕੀ ਲਾਈਕ ਨਹੀਂ ਕਰਦੇ। 60% ਲੋਕਾਂ ਦੇ ਟੇਬਲ ਤੇ ਪਿਆ ਹੁੰਦਾ, ਮੋਸਟਲੀ ਘਰੇ ਹੁੰਦਾ, ਵੇਸਟੇਜ ਆ ਮਨੀ ਹੈ ਮੋਸਟਲੀ, ਉਹ ਤਾਂ ਗਵਾਚ ਜਾਂਦੇ ਜੀ। ਹਾਂਜੀ, ਇੰਪਲਾਂਟ ਤੇ ਬ੍ਰਿਜ ਇਜ਼ ਦਾ। ਉਹ ਘਰ ਵਾਲੀ ਨੂੰ ਵੀ ਪੁੱਛਦਾ ਮੇਰੇ ਦੰਦ ਦੇਖੀ ਕਿਤੇ ਪਏ ਤਾਂ ਨਹੀਂ ਬਾਹਰ, ਸਵੇਰੇ ਕੰਮ ਜਾਣ ਲੱਗੇ ਚੇਤੇ ਆਉਂਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਮੈਂ ਬਹੁਤੇ ਬੰਦੇ ਦੇਖੇ ਨੇ, ਕਈ ਵਾਰੀ ਉਹਨਾਂ ਦੇ ਜਿਹੜੇ ਪੈਟ ਨੇ, ਡੌਗ ਨੇ, ਉਹ ਵਿਚਾਰੇ ਖੇਲਣ ਲੱਗੇ ਹੁੰਦੇ ਨੇ। ਬਹੁਤ ਲੋਕੀ ਆਉਂਦੇ ਨੇ ਸਾਡੇ ਕੋਲ, ਮੇਰਾ ਜੀ ਬੇਟਾ ਜਿਹੜਾ ਪੈਟ ਸੀਗਾ ਉਹ ਮੇਰੇ ਡੈਂਚਰ ਚ ਪਾ ਗਿਆ। ਇੱਥੇ ਇੱਕ ਬੰਦਾ ਰੋਟੀ ਖਾਣ ਗਿਆ ਜੀ ਰੈਸਟੋਰੈਂਟ 'ਚ, ਤੇ ਉੱਥੇ ਦੰਦ ਕੱਢ ਕੇ ਰੱਖਤੇ ਤੇ ਵਾਪਸ ਆ ਗਿਆ। ਉਹ ਬਾਅਦ ਘਰ ਆਣ ਕੇ ਚੇਤੇ ਆ ਮੇਰੇ ਦੰਦ ਤੇ ਰੈਸਟੋਰੈਂਟ ਰਹਿ ਗਏ। ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ। ਹਾਂਜੀ। ਚਲੋ ਇਹ ਤਾਂ ਚੰਗੀ ਗੱਲ ਹੈ ਜੀ। ਪਰਮਾਨੈਂਟ ਜਿਹੜੇ ਚੀਜ਼ ਹੈਗੀ ਆ ਉਹ ਤੁਸੀਂ ਕਰਦੇ ਹੋ, ਤੁਹਾਨੂੰ ਮਤਲਬ ਪੇਸ਼ੈਂਟ ਨੂੰ ਫੀਲ ਵੀ ਨਹੀਂ ਹੁੰਦਾ ਕਿ ਜਿਹੜੇ ਦੰਦ ਤੁਸੀਂ ਜਿਸ ਤਰੀਕੇ ਨਾਲ ਲਾਉਂਦੇ ਇੰਪਲਾਂਟ ਕਰਦੇ ਹੋ ਜਾਂ ਹੋਰ ਤਰੀਕੇ ਨਾਲ ਵੀ ਜੋ ਵੀ ਉਹਨਾਂ ਦਾ ਟ੍ਰੀਟਮੈਂਟ ਕਰਦੇ ਹੋ, ਬੜੀ ਵਧੀਆ ਗੱਲ ਹੈ ਅੱਜ ਕੱਲ੍ਹ, ਕਿਉਂਕਿ ਟੈਕਨੋਲੋਜੀ ਜਿਹੜੀ ਆ ਕਾਫੀ ਐਡਵਾਂਸ ਹੋ ਰਹੀ ਹੈ, ਡੇ ਬਾਈ ਡੇ ਹੋ ਰਹੀ ਹੈ। ਹਾਂਜੀ ਬਿਲਕੁਲ, ਉਹਦੇ ਵਾਸਤੇ ਸਪੈਸ਼ਲ ਟ੍ਰੇਨਿੰਗ ਲੈਣੀ ਪੈਂਦੀ ਸਾਨੂੰ, ਤੇ ਉਹਦੇ ਵਾਸਤੇ ਬੜੇ ਸਾਰੇ ਕੋਰਸਿਸ ਲਈ ਜਾਣਾ ਪੈਂਦਾ। ਐਂਡ ਸਾਡੀ ਜਿਹੜੀ ਟੀਮ ਹੈ ਬੜੀ ਇਸ ਕੰਮ ਦੇ ਵਿੱਚ ਮਾਹਰ ਹੈ। ਤੇ ਕਲੀਅਰ ਅਲਾਈਨਰ ਹੋ ਗਿਆ, ਇਨਵਿਜ਼ਲਾਈਨ ਥੈਰੇਪੀ ਹੋ ਗਈ, ਪਿਛਲੇ ਆਲਮੋਸਟ 15 ਸਾਲ ਤੋਂ ਅਸੀਂ ਨੰਬਰ 1 ਪ੍ਰੋਵਾਈਡਰ ਹਾਂ ਯੂਨਾਈਟਿਡ ਸਟੇਟ ਦੇ ਵਿੱਚ। 10,000 ਪੇਸ਼ੈਂਟ ਕੀਤਾ ਸਾਡੀ ਟੀਮ ਨੇ ਇਨਵਿਜ਼ਲਾਈਨ ਦੇ ਨਾਲ। ਤੇ ਬਾਕੀ ਇੰਪਲਾਂਟਸ ਦਾ ਬਹੁਤ ਜ਼ਿਆਦਾ ਅੱਜ ਕੱਲ੍ਹ ਪੋਪੂਲਰ ਹੋ ਰਿਹਾ। ਹਰ ਹਫਤੇ ਬਹੁਤ ਸਾਰੇ ਪੇਸ਼ੈਂਟ ਆ ਰਹੇ ਨੇ ਕਿ ਫਿਕਸ ਜਿਹੜੀ ਆਪਸ਼ਨ ਸਾਨੂੰ ਦਿੱਤੀ ਜਾਵੇ। ਤੇ ਇੱਕ ਨਾ ਕਈ ਵਾਰੀ ਹੁੰਦਾ ਦੰਦ ਥੋੜਾ ਜਿਹਾ ਖੋਲ ਜਿਹਾ ਹੋ ਜਾਂਦਾ ਤੇ ਪੇਸ਼ੈਂਟ ਖੁਦ ਹੀ ਜਾ ਕੇ ਕਹਿੰਦਾ ਮੈਂ ਦੰਦ ਕਢਾਉਣ ਆਇਆ ਜੀ, ਉਹਦੇ ਬਾਰੇ ਤੁਸੀਂ ਕੀ ਰਿਕਮੈਂਡ ਕਰਦੇ ਹੋ ਵੀ ਉਹ ਠੀਕ ਆ ਗੱਲ ਵੀ ਉਹ ਦੰਦ ਕੱਢ ਦੇਣਾ ਚਾਹੀਦਾ? ਨਹੀਂ, ਮੈਂ ਰਿਕਮੈਂਡ ਨਹੀਂ ਕਰੂੰਗਾ ਜੀ। ਤੁਸੀਂ ਜਿਸ ਟਾਈਮ ਤੁਸੀਂ ਕਿਤੇ ਕੈਵਿਟੀ ਦੀ ਗੱਲ ਕਰ ਰਹੇ ਹੋ, ਜਿਹਨੂੰ ਖੋੜ ਆਪਾਂ ਕਹਿੰਦੇ ਨੇ ਪੰਜਾਬੀ 'ਚ, ਤੇ ਉਹ ਜਿਸ ਟਾਈਮ ਤੁਸੀਂ ਜਾਓ ਕਿਤੇ ਦਰਦ ਵੀ ਹੋ ਰਹੀ ਹੈ, ਡਾਕਟਰ ਨੂੰ ਜਾ ਕੇ ਐਕਸਰੇ ਵਗੈਰਾ ਲੈ ਕੇ ਤੁਹਾਡੇ ਚੈੱਕ ਕਰ ਸਕਦੇ ਨੇ।
ਉਹ ਦੰਦ ਨੂੰ ਕਈ ਵਾਰੀ ਬਚਾਇਆ ਜਾ ਸਕਦਾ ਹੈ, ਕਈ ਵਾਰੀ ਉਹਦੇ ਉੱਤੇ ਕਰਾਊਨ ਲੱਗ ਕੇ ਜਾਂ ਫਿਲਿੰਗ ਕਰਕੇ ਜਾਂ ਰੂਟ ਕਨਾਲ ਕਰਕੇ ਉਹਨੂੰ ਬਚਾਇਆ ਜਾ ਸਕਦਾ ਜੀ। ਪਹਿਲੀ ਗੱਲ ਹੈ ਉਹਨੂੰ ਬਚਾਓ। ਇਹ ਹੁਣ ਉਹੀ ਗੱਲ ਆ ਵੀ ਉਂਗਲੀ ਦੇ ਉੱਤੇ ਫੋੜਾ ਹੋ ਗਿਆ ਜਾਂ ਫੈਂਸੀ ਹੋ ਗਈ, ਮੈਂ ਉਂਗਲੀ ਨਹੀਂ ਕਟਵਾਉਣੀ ਹੈ ਨਾ। ਸੋ ਤੁਸੀਂ ਇਹ ਵੀ ਦੰਦ ਜਿਹੜੇ ਨੇ ਤੁਹਾਡਾ ਬਾਡੀ ਦਾ ਪਾਰਟ ਹੈ, ਇਹਨੂੰ ਉਨਾ ਹੀ ਬਚਾ ਕੇ ਰੱਖੋ ਜਿੰਨਾ ਬਚਾਓ। ਜੇ 32 ਰੱਬ ਨੇ ਦਿੱਤੇ ਉਹਨਾਂ ਦਾ ਆਪਣਾ ਆਪਣਾ ਫੰਕਸ਼ਨ ਹੈ ਹਰ ਜੀ 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 ਬਿਲਕੁਲ ਠੀਕ ਗੱਲ ਹੈ। ਡਾਕਟਰ ਸਾਹਿਬ ਇੱਕ ਅੱਜ ਕੱਲ੍ਹ ਇੱਕ ਹੋਰ ਨਵਾਂ ਟ੍ਰੈਂਡ ਚੱਲ ਪਿਆ, ਜਿਸ ਤਰ੍ਹਾਂ ਆਮ ਲੇਡੀਜ਼ ਆ, ਕੁੜੀਆਂ ਜਿਵੇਂ ਯੰਗ ਆ ਜਾਂ ਮੁੰਡੇ ਵੀ ਈਵਨ, ਉਹ ਵਿਆਹ ਤੋਂ ਪਹਿਲਾਂ ਬਿਊਟੀ ਪਾਰਲਰ ਜਾਂਦੇ ਆ ਹਾਂਜੀ ਇੱਕ ਦਿਨ ਪਹਿਲਾਂ ਜਾਂ ਸੇਮ ਡੇ। ਪਰ ਹੁਣ ਨਵਾਂ ਟ੍ਰੈਂਡ ਇਹ ਚੱਲਿਆ ਵੀ ਉਹ 3-4 ਮਹੀਨੇ ਪਹਿਲਾਂ ਡਾਕਟਰਾਂ ਨੂੰ ਕੰਸਲਟ ਕਰਦੇ, ਮੇਰੇ ਜੀ ਦੰਦ ਜਿਹੜੇ ਆ ਉਹ ਠੀਕ ਨਹੀਂ ਲੱਗ ਰਹੇ, ਮੇਰਾ ਵਿਆਹ ਆਉਣ ਵਾਲਾ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਜੀ। ਇਹੋ ਸਾਡੇ ਕੋਲ ਵੀ ਬਹੁਤ ਸਾਰੇ ਪੇਸ਼ੈਂਟ ਆਉਂਦੇ ਨੇ। ਅੱਛਾ, ਹੁੰਦੇ ਤੁਹਾਡੇ ਕੋਲ? ਬਿਲਕੁਲ, ਬੜੀ ਬਿਊਟੀ ਪਾਰਲਰ ਦਾ ਵੀ ਕੰਮ ਕਰਦੇ ਜੀ। ਸਾਡਾ ਦੰਦਾਂ ਦਾ ਬਿਊਟੀ ਪਾਰਲਰ ਹੈ ਜੀ। ਬਿਊਟੀ ਪਾਰਲਰ ਹਾਂਜੀ। ਸੋ ਕੁਝ ਚੀਜ਼ਾਂ ਹੁੰਦੀਆਂ ਕਿ ਜੇ ਤਾਂ ਸਟੇਨਿੰਗ ਵਗੈਰਾ ਹੈ ਆਪਾਂ ਵਾਈਟਨਿੰਗ ਕਰਕੇ ਚਲਾ ਦਿੰਦੇ ਹਾਂ। ਜੇ ਮਾੜੇ ਮੋਟੇ ਚਿਪ ਆਫ ਹੋਏ ਦੰਦ ਜਾਂ ਬ੍ਰੇਕ ਹੋਏ ਜਾਂ ਕੈਵਿਟੀਜ਼ ਫਿਲ ਕਰਕੇ ਉਹਨੂੰ ਰੀਸ਼ੇਪ ਕਰਕੇ ਜਾਂ ਵਨੀਅਰਸ ਕਰਕੇ ਤੁਹਾਡਾ ਕੰਮ ਚੱਲ ਜਾਂਦਾ ਜੀ। ਕਰਾਊਨ ਜਾਂ ਵਨੀਅਰ ਕਰਕੇ ਕਾਸਮੈਟਿਕ ਡੈਂਟਿਸਟਰੀ ਚ ਆ ਜਾਂਦਾ ਜੀ। ਅੱਛਾ, ਕਾਸਮੈਟਿਕ ਕਹਿੰਦੇ ਇਹਨੂੰ ਡੈਂਟਿਸਟਰੀ। ਤੇ ਕਈ ਵਾਰੀ ਇਹਦਾ ਵੀ ਤੁਸੀਂ ਕਰਦੇ ਆ? ਬਿਲਕੁਲ ਜੀ, ਅਸੀਂ ਐਕਸਪਰਟ ਹਾਂ ਇਸ ਚੀਜ਼ ਦੇ ਜੀ। ਤੇ ਬਹੁਤ ਸਾਰੇ ਪੇਸ਼ੈਂਟ ਆਉਂਦੇ ਨੇ ਅੱਜ ਕੱਲ। ਮੇਰੇ ਜੀ ਦੰਦ ਜਿਹੜੇ ਮੈਂ ਇਸ ਸ਼ੇਪ ਦੇ ਬਣਾਉਣਾ ਚਾਹੁੰਦੀ ਹਾਂ, ਵਨੀਅਰਸ ਜਾਂ ਕਰਾਊਨਸ। ਵਿਆਹ ਤੋਂ ਪਹਿਲਾਂ ਬੱਚੀਆਂ ਆਉਂਦੀਆਂ ਨੇ ਤੇ ਮੁੰਡੇ ਵੀ ਆਉਂਦੇ ਨੇ ਤੇ ਹਾਂ ਦੇਖੋ ਜੀ, ਸੋਹਣਾ ਲੱਗਣਾ ਹਰ ਬੰਦੇ ਦਾ ਚਾਅ ਆ ਤੇ ਹੱਕ ਵੀ ਆ। ਠੀਕ ਹੈ ਜੀ। ਸੋ ਕਈ ਵਾਰੀ ਕੀ ਹੁੰਦਾ ਕਿ ਦੰਦ ਉੱਚੇ ਹੁੰਦੇ ਨੇ, ਤੁਹਾਡੇ ਜਿਹੜਾ ਉੱਤੇ ਵਾਲਾ ਜਬਾੜਾ ਆ ਉਹ ਕਾਫੀ ਉੱਚਾ ਆ। ਉਹ ਜਿਹੜੀਆਂ ਪ੍ਰੋਬਲਮ ਨੇ ਉਹ ਤੁਸੀਂ ਆਪਣੇ ਬ੍ਰੇਸਿਸ ਜਾਂ ਆਰਥੋਡੋਂਟਿਕਸ ਟ੍ਰੀਟਮੈਂਟ ਦੇ ਨਾਲ ਜਾਂ ਕਲੀਅਰ ਅਲਾਈਨਰ ਨਾਲ ਉਹ ਤੁਹਾਨੂੰ ਸ਼ੁਰੂ ਦੇ ਡਿਵੈਲਪਮੈਂਟਲ ਈਅਰਸ ਠੀਕ ਕਰਨੀਆਂ ਪੈਂਦੀਆਂ ਨੇ ਜੀ। ਹਰ ਚੀਜ਼ ਦਾ ਇਲਾਜ ਅਗਰ ਠੀਕ ਟਾਈਮ ਤੇ ਹੋ ਜਾਏ ਤਾਂ ਵਧੀਆ ਹੈ। ਮੈਂ ਰეკਮੈਂਡ ਕਰੂੰਗਾ ਹਰ 6 ਮਹੀਨੇ ਬਾਅਦ ਤੁਸੀਂ ਡਾਕਟਰ ਕੋਲ ਜਾਂਦੇ ਹੋ, ਉਹਨਾਂ ਨੂੰ ਪੁੱਛੋ, ਆਪਣੇ ਕੁਐਸਚਨ ਪੁੱਛੋ ਵੀ ਮੇਰੇ ਆਹ ਪ੍ਰੋਬਲਮ ਹੈ, ਇਹਨੂੰ ਕਿਸ ਤਰ੍ਹਾਂ ਫਿਕਸ ਕੀਤਾ ਜਾ ਸਕਦਾ। ਕਿਉਂਕਿ ਉਹ ਜਿਹੜੀਆਂ ਪ੍ਰੋਬਲਮ ਕਈ ਵਾਰੀ 13-14 ਸਾਲ ਦੀ ਉਮਰ 'ਚ ਬੜੇ ਅੱਛੇ ਤਰੀਕੇ ਨਾਲ ਫਿਕਸ ਕੀਤੀਆਂ ਜਾ ਸਕਦੀਆਂ ਰਾਦਰ ਦੈਨ ਜਿਹੜੇ 24-25 ਸਾਲ ਦੀ ਉਮਰ 'ਚ ਵਿਆਹ। ਉਹ ਕਈ ਵਾਰੀ ਐਮਰਜੈਂਸੀ ਹੁੰਦੀ ਨਾ, ਪਹਿਲਾਂ ਨਹੀਂ ਪਤਾ ਹੁੰਦਾ, ਨਾ ਕੋਈ ਖਿਆਲ ਕਰਦਾ, ਉਹ ਵਿਆਹ ਦੇ ਨੇੜੇ ਆ ਕੇ ਵੀ ਕਈ ਵਾਰੀ ਚੇਤੇ ਆਉਂਦਾ ਉਹ ਸਾਡੇ ਦੰਦ ਤੇ ਇਦਾਂ ਦੇ ਆ, ਸਾਨੂੰ ਕਰਵਾ ਲੈਣੇ ਚਾਹੀਦੇ ਆ। ਇਹ ਬਹੁਤ ਕਾਫੀ ਟ੍ਰੈਂਡ ਚੱਲ ਪਿਆ ਹੁਣ। ਜਿਹੜਾ ਬਿਊਟੀ ਪਾਰਲਰ ਦੇ ਨਾਲ ਨਾਲ ਇਹ ਵੀ ਜਿਹੜੇ ਬੱਚੇ ਜਿਹੜੇ ਹੈਗੇ ਯੰਗ ਜਨਰੇਸ਼ਨ, ਇਹਦੇ ਬਾਰੇ ਵੀ ਸੋਚਣ ਲੱਗ ਪਏ ਹੋ। ਬਿਲਕੁਲ, ਤੁਹਾਡੀ ਗੱਲ ਸਹੀ ਹੈ। ਐਂਡ ਲੋਕਾਂ ਨੂੰ ਹੈਲਪ ਮਿਲਦੀ ਹੈ ਐਂਡ ਬਹੁਤੀਆਂ ਮੋਸਟਲੀ ਚੀਜ਼ਾਂ ਤੁਹਾਡੀਆਂ ਠੀਕ ਕੀਤੀਆਂ ਜਾ ਸਕਦੀਆਂ। ਪ੍ਰੋਬਲਮ ਉਸ ਟਾਈਮ ਤੇ ਹਾਂ ਅਗਰ ਕੋਈ ਡਿਵੈਲਪਮੈਂਟਲ ਪ੍ਰੋਬਲਮ ਉਹ ਤੁਹਾਨੂੰ ਪਹਿਲਾਂ ਐਡਰੈਸ ਕਰਨੀ ਪਏਗੀ। ਕਾਫੀ ਦੇਰ ਪਹਿਲਾਂ, ਜਿੰਨੀ ਵੱਡੀ ਪ੍ਰੋਬਲਮ ਆ ਉਨੀ ਦੇਰ ਪਹਿਲਾਂ ਜਾਓ ਤਾਂ ਹੀ ਉਹ ਠੀਕ ਹੋਣੀ। ਇਹ ਤਾਂ ਹੈ ਨਹੀਂ ਵੀ ਰਾਤੋਂ ਰਾਤ ਹੀ ਡਾਕਟਰ ਸਾਹਿਬ ਨੇ ਠੀਕ ਕਰਕੇ ਦੇ ਦੇਣੀ ਵੀ ਆ ਲਓ ਜੀ। ਬਿਲਕੁਲ, ਜੇ ਹੁਣ ਤੁਸੀਂ ਕਾਰ ਚਲਾ ਰਹੇ ਹੋ, ਉਹਦੀ ਕੋਈ ਮੇਜਰ ਪ੍ਰੋਬਲਮ ਹੈ, ਤੁਹਾਨੂੰ ਮਕੈਨਿਕ ਦੇ ਕੋਲ ਪਹਿਲਾਂ ਕੁਝ ਮਹੀਨੇ ਜਦੋਂ ਆਉਣੀ ਸ਼ੁਰੂ ਹੋਈ ਉਦੋਂ ਹੀ ਠੀਕ ਕਰਾਉਣੀ ਚਾਹੀਦੀ, ਨਾ ਕਿ ਉਸ ਟਾਈਮ 'ਤੇ ਕੀਤਾ ਜਾਊਗਾ। ਇੱਕ ਮੈਂ ਹੋਰ ਰੰਧਾਵਾ ਸਾਹਿਬ ਗੱਲ ਮੇਰੇ ਮਾਈਂਡ ਦੇ ਵਿੱਚ ਆਉਂਦੀ ਆ ਕਿ ਅਸੀਂ ਆਪਣੀ ਕਮਿਊਨਿਟੀ 'ਚ ਖਾਸ ਕਰਕੇ ਮੈਂ ਇਹ ਵਰਡ ਸਪਰੈਡ ਕਰਨਾ ਚਾਹੁੰਦਾ ਕਿ ਅਸੀਂ ਕਾਰਾਂ ਜਿਸ ਟਾਈਮ ਜਿਹੜੇ ਦੰਦ ਨੇ ਤੁਹਾਡੇ ਉਹ ਬੇਸਿਕਲੀ ਜਿਵੇਂ ਘਰ ਬਾਏ ਕਰਨ ਵਾਲੀ ਗੱਲ ਹੈ ਜਾਂ ਨਵੀਂ ਕਾਰ ਬਾਏ ਕਰਨ ਵਾਲੀ ਗੱਲ ਹੈ, ਉਹ ਕੁਦਰਤ ਨੇ ਤੁਹਾਨੂੰ ਦਿੱਤੇ ਆ। ਠੀਕ ਹੈ ਜੀ। ਉਹਨੂੰ ਮੇਨਟੇਨ ਕਰਨਾ ਤੁਸੀਂ 24 ਘੰਟੇ ਯੂਜ਼ ਕਰਦੇ ਹੋ। ਠੀਕ ਹੈ ਜੀ। ਸੌਣ ਲੱਗੇ ਵੀ ਯੂਜ਼ ਕਰਦੇ ਹੋ। ਠੀਕ ਹੈ ਜੀ। ਤੇ ਉਹਨੂੰ ਤੁਸੀਂ 6 ਮਹੀਨੇ ਬਾਅਦ ਅਗਰ ਜਾਓ, ਬੜੀ ਉਹਦੀ ਮੇਨਟੇਨੈਂਸ ਦੀ ਕਾਸਟ ਘੱਟ ਹੈ ਜੀ। ਹਾਂ, ਅਗਰ ਕਾਰ ਹੁਣ ਤੁਸੀਂ ਲੈਂਦੇ ਹੋ ਮਰਸੀਡੀਜ਼, ਉਹਨੂੰ ਤੁਸੀਂ ਮੇਨਟੇਨ ਨਹੀਂ ਕਰਦੇ, ਠੀਕ ਹੈ ਜੀ, ਉਹ ਫਿਰ ਕਾਰ ਖਰਾਬ ਹੋਣੀ ਤੁਹਾਡੀ ਜੀ, ਨਾ ਚੱਲੇ। ਤੇ ਉਹ ਵੀ ਤੁਸੀਂ ਤੇਜ਼ ਚੱਲੇ 3000 ਮਾਈਲ ਹੋ ਜਾਂਦੇ ਨੇ, ਉਹ ਆਲ ਫਿਲਟਰ ਚੇਂਜ ਕਰਦੇ ਹੋ ਤੁਸੀਂ ਜਾ ਕੇ ਨਾ। ਅਗਰ ਉਹ ਆਲ ਫਿਲਟਰ ਚੇਂਜ ਕਰਨ ਵਾਲੀ ਗੱਲ ਹੈ, ਜਿਹੜੀ ਕਲੀਨਿੰਗ ਕਰਾਉਣ ਜਾਂਦੇ ਹੋ ਤੁਸੀਂ, ਐਕਸਰੇ ਕਰਾਉਣ ਜਾਂਦੇ ਹੋ। ਸੋ ਇਹ ਮੈਂ ਰეკਮੈਂਡ ਕਰੂੰਗਾ ਕਿ ਆਪਣੀ ਕਮਿਊਨਿਟੀ ਦੇ ਵਿੱਚ, ਕਿ ਸਾਡੀ ਕਮਿਊਨਿਟੀ ਬਹੁਤ ਵਧੀਆ ਤਰੀਕੇ ਨਾਲ ਗਰੋ ਕਰ ਰਹੀ ਹੈ ਅਮਰੀਕਾ ਦੇ ਵਿੱਚ, ਹੋਰ ਬਾਕੀ ਦੇਸ਼ਾਂ ਦੇ ਵਿੱਚ ਵੀ, ਤੇ ਬੜੇ ਅਗਾਂਹ ਵਧੂ ਲੋਕ ਨੇ ਸਾਡੀ ਕਮਿਊਨਿਟੀ ਦੇ ਵਿੱਚ। ਤੇ ਇਹ ਮੈਂ ਅਵੇਅਰਨੈਸ ਥੋੜੀ ਜਿਹੀ ਲਿਆਉਣ ਦੀ ਮੇਰੀ ਮੰਨਣਾ ਹੈ ਜੀ। ਡਾਕਟਰ ਸਾਹਿਬ, ਕਿਉਂਕਿ ਇੱਥੇ ਆਪਾਂ ਅਮਰੀਕਾ ਕੈਨੇਡਾ 'ਚ ਰਹਿੰਦੇ, ਜਿਵੇਂ ਸਾਡਾ ਜਿਹੜਾ TV ਚੈਨਲ ਆ ਪੂਰੇ ਅਮਰੀਕਾ ਕੈਨੇਡਾ 'ਚ ਚੱਲਦਾ, ਇੱਥੇ ਸਾਰਿਆਂ ਨੂੰ ਪਤਾ ਕਿ ਜਿਹੜਾ ਮੈਡੀਕਲ ਆ ਉਹ ਬਹੁਤ ਮਹਿੰਗਾ, ਤੇ ਇਹ ਤੁਹਾਡਾ ਵੀ ਜਿਹੜਾ ਖਾਸ ਕਰਕੇ ਡੈਂਟਿਸਟ ਜਿਹੜਾ ਹੈਗਾ ਬਹੁਤ ਮਹਿੰਗਾ ਟ੍ਰੀਟਮੈਂਟ ਹੁੰਦਾ। ਇਹਦੇ ਲਈ ਕੀ ਰਿਕਮੈਂਡ ਕਰਦੇ ਹੋ, ਕਿਸ ਤਰੀਕੇ ਦੀ ਇੰਸ਼ੋਰੈਂਸ ਹੋਵੇ, ਤੇ ਤੁਸੀਂ ਕਿਹੜੀਆਂ ਇੰਸ਼ੋਰੈਂਸਾਂ ਜਿਹੜੀਆਂ ਉਹ ਐਕਸੈਪਟ ਕਰਦੇ ਹੋ? ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਤੁਸੀਂ ਰਾਈਜ਼ ਪੁੱਛਿਆ ਮੇਰੇ ਕੋਲੋਂ। ਬਹੁਤ ਪੇਸ਼ੈਂਟ ਵੀ ਸਾਡੇ ਕੋਲ ਆ ਕੇ ਗੱਲਾਂ ਪੁੱਛਦੇ ਨੇ। ਸੋ ਅਮਰੀਕਾ ਦੇ ਵਿੱਚ ਅੱਜ ਕੱਲ੍ਹ ਇਨ ਜਨਰਲ ਟੂ ਇੰਡੀਆ 'ਚ ਵੀ ਅੱਜ ਕੱਲ੍ਹ ਸ਼ੁਰੂ ਹੋ ਗਏ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਡੈਂਟਲ ਦਾ ਇੰਸ਼ੋਰੈਂਸ ਹੈ, ਪਹਿਲਾਂ ਨਹੀਂ ਹੁੰਦਾ ਸੀਗਾ।
ਸੋ ਇਸ ਕਰਕੇ ਦੇਖੋ ਕੋਈ ਵੀ ਇੰਸ਼ੋਰੈਂਸ ਕੰਪਨੀ ਹੈ ਉਹ ਤੁਹਾਡੇ ਆਲਮੋਸਟ 6 ਮਹੀਨੇ ਬਾਅਦ ਤੁਹਾਡੀ ਕਲੀਨਿੰਗ ਐਕਸ-ਰੇ ਕਵਰ ਕਰਨਗੇ ਉਹ, ਠੀਕ ਹੈ ਜੀ। ਮੇਨਟੇਨੈਂਸ ਪ੍ਰੀਵੈਂਸ਼ਨ ਉਹਨਾਂ ਨੇ ਮੇਨਟੇਨ ਕਰਨਾ ਹੈ ਜੀ। ਅੱਛਾ 6 ਮਹੀਨੇ ਬਾਅਦ ਹੀ ਕਿਉਂ? ਅੱਛਾ ਆਪਣੇ ਲੋਕ ਕਈ ਵਾਰੀ ਕਹਿੰਦੇ ਨੇ ਕਿ ਜੀ ਮੈਂ ਆਪਣੀ ਕਲੀਨਿੰਗ ਕਰਾਉਣ ਗਿਆ ਸੀਗਾ ਤੇ ਮੈਂ ਕਲੀਨਿੰਗ ਤੋਂ ਬਾਅਦ ਮੇਰੀ ਡੀਪ ਕਲੀਨਿੰਗ ਹੋਈ, ਮੇਰੇ ਦੰਦ ਹਿੱਲ ਗਏ, ਠੀਕ ਹੈ ਜੀ। ਤੇ ਉਹ ਜਿਹੜੀ ਇੰਸ਼ੋਰੈਂਸ ਕੰਪਨੀਜ਼ ਆ ਉਹਨਾਂ ਨੂੰ ਪਤਾ ਅਗਰ ਤੁਸੀਂ ਆਪਣੀ ਮੇਨਟੇਨ ਕਰੋਗੇ, ਹੈਲਥ ਮੇਨਟੇਨ ਕਰੋਗੇ, ਦੰਦ ਮੇਨਟੇਨ ਕਰੋਗੇ, ਉਹਨਾਂ ਨੂੰ ਬਾਅਦ 'ਚ ਘੱਟ ਖਰਚਾ ਦੇਣਾ ਪਊਗਾ, ਠੀਕ ਹੈ ਜੀ। ਸੋ ਇਸ ਕਰਕੇ 6 ਮਹੀਨੇ ਬਾਅਦ ਰਿਕਮੈਂਡ ਕਰਦੇ ਨੇ। ਇੱਕ ਹੋਰ ਉਹਦਾ ਰੀਜ਼ਨ ਇਹ ਹੁੰਦਾ ਕਿ ਸਾਡੀ ਜਿਹੜੀ ਬਾਡੀ ਹੈ, ਜਿਸ ਟਾਈਮ ਤੁਸੀਂ ਬਰਸ਼ ਕਰਦੇ ਹੋ, ਫਲੋਸ ਕਰਦੇ ਹੋ, ਇੱਕ ਤੁਸੀਂ ਠੀਕ ਹੈ ਘਰੇ ਮੇਨਟੇਨ ਕਰ ਰਹੇ ਹੋ, ਪਰ ਇੱਕ ਪ੍ਰੋਫੈਸ਼ਨਲ ਕਲੀਨਿੰਗ ਹੁੰਦੀ ਜਿਹੜੀ ਦੰਦਾਂ ਦੇ ਆਫਿਸ ਹਸਪਤਾਲ ਡਾਕਟਰ ਕਰ ਸਕਦੇ, ਹਾਈਜੀਨਿਸਟ ਕਰਦੀਆਂ ਨੇ, ਠੀਕ ਹੈ ਜੀ। ਉਹ ਜਿਹੜੀ ਸਾਡੀ ਬਾਡੀ ਦੀ ਇਮਿਊਨਿਟੀ ਕੈਪੈਸਿਟੀ ਹੁੰਦੀ ਹੈ ਕਿ ਉਹਨੂੰ ਡੀਲ ਕਰ ਸਕਦੇ 6 ਮਹੀਨੇ ਤੋਂ ਬਾਅਦ। ਉਸ ਤੋਂ ਬਾਅਦ ਅਗਰ ਨਹੀਂ ਕਰਾਉਂਦੇ ਆਪਾਂ, ਉਹ ਇਰਰਿਵਰਸੀਬਲ ਚੇਂਜਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੁਹਾਡੇ ਮਸੂੜਿਆਂ ਦੇ ਵਿੱਚ, ਤੁਹਾਡੇ ਜਿਹੜੇ ਮਸੂੜਿਆਂ ਦੀ ਹੱਡੀ ਹੁੰਦੀ ਹੈ। ਇਸ ਕਰਕੇ 6 ਮਹੀਨੇ ਬਾਅਦ ਬੜੀ ਇੰਪੋਰਟੈਂਟ ਹੈ। ਇੰਸ਼ੋਰੈਂਸ ਦੀ ਗੱਲ ਕਰੀਏ, ਇੰਸ਼ੋਰੈਂਸ ਦੇ ਬੜੇ ਅਲੱਗ-ਅਲੱਗ ਟਾਈਪ ਦੇ ਇੰਸ਼ੋਰੈਂਸ ਮਿਲਦੇ ਨੇ ਅੱਜ ਕੱਲ੍ਹ। ਇੱਕ ਹੁੰਦਾ ਤੁਹਾਡੇ ਇੰਪਲੋਇਰ ਦੇ ਥਰੂ, ਤੁਸੀਂ ਆਪੂ ਪਰਸਨਲੀ ਬਾਏ ਕਰ ਸਕਦੇ, ਉਹਨੂੰ ਕਹਿੰਦੇ ਨੇ PPOs, ਠੀਕ ਹੈ ਜੀ, ਪ੍ਰੈਫਰਡ ਪ੍ਰੋਵਾਈਡਰ ਆਫਿਸ, ਠੀਕ ਹੈ ਜੀ। ਤੇ ਉਹ ਉਹਨਾਂ ਦੀ ਜ਼ਿਆਦਾ ਕਵਰੇਜ ਹੁੰਦੀ ਆ ਤੇ ਉਹਦੇ ਵਿੱਚ ਤੁਸੀਂ ਤੁਹਾਡੇ ਕੋਲ ਚੁਆਇਸ ਵੀ ਹੁੰਦੀ ਹੈ, ਤੁਹਾਡੇ ਕੋਲ ਆਜ਼ਾਦੀ ਹੁੰਦੀ ਹੈ ਕਿ ਤੁਸੀਂ ਕਿਹੜੇ ਡਾਕਟਰ ਨੂੰ ਜਾ ਕੇ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ। ਇੰਡੀਪੈਂਡੈਂਟ ਤੁਸੀਂ ਤੁਸੀਂ ਫਰੀडम ਤੁਹਾਨੂੰ ਹੁੰਦੀ ਹੈ ਇਸ ਚੀਜ਼ ਦੀ ਕਿ ਤੁਸੀਂ ਜਾ ਕੇ ਪਤਾ ਕਰ ਸਕਦੇ ਹੋ। ਇੱਕ HMO ਇੰਸ਼ੋਰੈਂਸ ਹੁੰਦੇ ਨੇ, ਉਹਦੇ ਵਿੱਚ ਤੁਹਾਨੂੰ ਲਿਸਟ ਦੇ ਦਿੱਤੀ ਜਾਂਦੀ ਡਾਕਟਰ ਦੀ ਕਿ ਆਹ ਵਾਲੇ ਡਾਕਟਰ ਤੁਸੀਂ ਇਹਨਾਂ ਕੋਲ ਜਾ ਸਕਦੇ ਹੋ। ਕਈ ਵਾਰੀ ਸਟੇਟ ਦਾ ਇੰਸ਼ੋਰੈਂਸ ਹੁੰਦਾ ਹੈ, ਉਹਨਾਂ ਦੀ ਕਵਰੇਜ ਥੋੜ੍ਹੀ ਜਿਹੀ ਘੱਟ ਹੁੰਦੀ ਹੈ, ਪਰ ਉਹ ਬੇਸਿਕਲੀ ਮੇਨਟੇਨ ਤੁਹਾਨੂੰ ਕਰਨ ਨੂੰ ਦਿੱਤੀ ਜਾਂਦੀ ਹੈ। ਸੋ ਇਵੈਂਚੁਅਲੀ ਇਹ ਪਰਸਨਲ ਬੰਦੇ ਦੀ ਫਾਈਨੈਂਸ਼ੀਅਲ ਸਿਚੁਏਸ਼ਨ 'ਤੇ ਡਿਪੈਂਡ ਕਰਦਾ। ਕਈ ਵਾਰੀ ਤੁਹਾਨੂੰ ਇੰਪਲੋਇਰ ਵੱਲੋਂ ਆਫਰ ਕੀਤੇ ਜਾਂਦੇ ਆ, ਕਈ ਵਾਰੀ ਬੰਦਾ ਆਪੂ ਲੈ ਲੈਂਦਾ ਇੰਸ਼ੋਰੈਂਸ, ਪਰਸਨਲ ਤੁਸੀਂ ਬਾਏ ਕਰ ਲੈਂਦੇ ਹੋ। ਬਟ PPO ਇੰਸ਼ੋਰੈਂਸ ਯੂ ਹੈਵ ਹੋਲ ਲੋਟ ਕਵਰੇਜ, ਤੇ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਆਜ਼ਾਦੀ ਹੁੰਦੀ ਹੈ ਕਿ ਤੁਸੀਂ ਫਰੀडम ਹੁੰਦੀ ਹੈ ਕਿ ਆਪਣਾ ਡੈਂਟਿਸਟ ਚੂਜ਼ ਕਰ ਸਕੋ ਤੇ ਟ੍ਰੀਟਮੈਂਟ ਆਪਸ਼ਨ ਤੁਹਾਡੇ ਕੋਲ ਜ਼ਿਆਦਾ ਹੁੰਦੀਆਂ ਨੇ। ਇੱਕ ਮੈਂ ਹੋਰ ਚੀਜ਼ ਐਡ ਕਰੂੰਗਾ ਇਹਦੇ ਵਿੱਚ ਕਿ ਜਿਹੜਾ ਇੰਸ਼ੋਰੈਂਸ ਹੈ, ਇਹ ਡੈਂਟਲ ਇੰਸ਼ੋਰੈਂਸ ਤੁਸੀਂ ਇਹਨੂੰ ਮੈਡੀਕਲ ਇੰਸ਼ੋਰੈਂਸ ਦੇ ਨਾਲ ਕੰਪੇਅਰ ਨਾ ਕਰੋ। ਇਹ ਸੈਪਰੇਟ ਹੁੰਦੀ ਹੈ। ਇਹ ਸੈਪਰੇਟ ਹੁੰਦੀ ਹੈ ਜੀ। ਤੇ ਹਰ ਬੰਦੇ ਦੀ ਆਪਣੀ ਆਪਣੀ ਕਵਰੇਜ ਹੁੰਦੀ ਹੈ ਜਿਹੜੀ ਤੁਸੀਂ ਲੈਂਦੇ ਹੋ ਫੈਮਿਲੀ ਦੇ ਵਿੱਚ। ਇਹ ਨਹੀਂ ਕਿ ਤੁਸੀਂ ਅਗਰ 4 ਫੈਮਿਲੀ ਦੇ ਮੈਂਬਰ ਹੋ ਕਿ ਇੱਕ ਬੰਦੇ ਦੀ $1500 ਕਵਰੇਜ ਤੇ ਬਾਕੀਆਂ ਦੀ ਵੀ ਉਹਨਾਂ ਦੀ 1500 ਅਲੱਗ-ਅਲੱਗ ਹੋਏਗੀ। ਇੱਕ ਹੋਰ ਮੈਂ ਚੀਜ਼ ਐਡ ਕਰਨਾ ਚਾਹੁੰਦਾ ਕਿ ਜਿਸ ਟਾਈਮ ਤੁਸੀਂ ਇੰਸ਼ੋਰੈਂਸ ਪਿਕ ਕਰ ਰਹੇ ਹੋ, ਉਹਦੇ ਵਿੱਚ ਦੇਖੋ ਕਿ ਜਿਸ ਟਾਈਮ ਬੱਚੇ ਤੁਹਾਡੇ ਟੀਨਏਜਰ ਆ ਜਾਂ ਛੋਟੀ ਏਜ ਦੇ ਨੇ, ਕਿ ਤੁਹਾਨੂੰ ਆਰਥੋਡੋਂਟਿਕ ਇੰਸ਼ੋਰੈਂਸ ਦੀ ਜਾਂ ਡੈਂਟਲ ਇੰਪਲਾਂਟ ਦੀ ਅਲੱਗ ਕਵਰੇਜ ਹੁੰਦੀ ਆ। ਉਹ ਤੁਸੀਂ ਪਲਾਨ ਜਿਸ ਟਾਈਮ ਪਿਕ ਕਰਨਾ, ਉਹਦੇ ਵਿੱਚ ਆਪਣੇ HR ਨਾਲ ਗੱਲ ਕਰੋ, ਹਾਂਜੀ, ਬੈਨੀਫਿਟ ਡਿਪਾਰਟਮੈਂਟ ਵਾਲਿਆਂ ਨਾਲ ਗੱਲ ਕਰੋ ਕਿ ਇਹਦੇ ਵਿੱਚ ਇੰਪਲਾਂਟ ਦੀ ਕਵਰੇਜ ਹੈ, ਇਹਦੇ ਵਿੱਚ ਮੈਨੂੰ ਆਰਥੋਡੋਂਟਿਕ ਦੀ ਕਵਰੇਜ ਹੈ। ਕਿਉਂਕਿ ਕੀ ਹੁੰਦਾ ਜੀ, ਕਈ ਵਾਰੀ ਉਹਨਾਂ ਨੇ ਕਲੌਜ਼ ਰੱਖਿਆ ਹੁੰਦਾ ਕਿ 26 ਸਾਲ ਤੱਕ ਦੀ ਏਜ ਦੀ ਕਵਰੇਜ ਹੈ। ਅਗਰ ਤੁਸੀਂ ਹੁਣ 28 ਸਾਲਾਂ ਦੇ ਹੋ, 26 ਸਾਲ ਤੱਕ ਉਹਦੇ ਰਿਕਵਰੀ ਸੀ, ਉਹ ਤੁਸੀਂ ਕਵਰੇਜ ਲੈ ਲੈਂਦੇ ਹੋ, ਉਹਦਾ ਕੋਈ ਫਾਇਦਾ ਨਹੀਂ ਹੁੰਦਾ ਤੁਹਾਨੂੰ, ਕਿਉਂਕਿ ਉਹਨਾਂ ਨੇ 26 ਸਾਲ ਤੱਕ ਕਵਰ ਕਰਨੀ ਸੀ। ਦੰਦਾਂ ਦੇ ਟ੍ਰੀਟਮੈਂਟ ਦੀ ਬਹੁਤੀ ਲੋੜ ਨਹੀਂ ਹੁੰਦੀ। ਨਹੀਂ, ਉਸ ਟਾਈਮ ਵੀ ਜ਼ਰੂਰਤ ਹੈ ਮੇਰੇ ਕੋਲ, ਬਹੁਤ ਘੱਟ ਹੁੰਦੀ। ਹਾਂਜੀ, ਜਿਹੜੇ ਆਰਥੋਡੋਂਟਿਕ ਕਰਾਉਣ ਆਉਂਦੇ ਨੇ, ਵੈਸੇ 60 ਮੇਰੇ ਕੋਲ ਆਲਮੋਸਟ ਇੱਕ 10 ਪੇਸ਼ੈਂਟ ਆਲਮੋਸਟ 70 ਤੋਂ 80 ਸਾਲ ਦੀ ਉਮਰ ਦੇ ਵਿੱਚ ਵੀ ਆਏ ਨੇ ਜਿਨ੍ਹਾਂ ਨੇ ਦੰਦ ਆਪਣੇ ਸਿੱਧੇ ਕਰਵਾਏ ਨੇ। ਹਾਂਜੀ, ਐਂਡ ਦੇ ਵਰ ਹਾਈਲੀ ਐਜੂਕੇਟਡ ਪੇਸ਼ੈਂਟਸ। ਵਨ ਆਫ ਦੈਟ ਵਾਸ ਪ੍ਰੋਫੈਸਰ ਐਟ ਸਿਆਰਾ ਕਾਲਜ। ਅੱਛਾ ਜੀ। ਹਾਂਜੀ, ਸੋ ਇਸ ਉਮਰ ਦੇ ਵਿੱਚ ਵੀ ਲੋਕੀ ਦੇਖੋ ਦੰਦ ਸਿੱਧੇ ਕਰਾਉਣ ਨੂੰ ਮੰਗਦੇ ਨੇ ਜੀ, ਤੇ ਇਹ ਉਹਨਾਂ ਦੀ ਉਹ ਇੰਪੋਰਟੈਂਸ ਦੇ ਰਹੇ ਨੇ ਇਸ ਗੱਲ ਨੂੰ। ਜੀ, ਬਹੁਤ ਅੱਛੇ। ਹਾਂਜੀ ਡਾਕਟਰ ਸਾਹਿਬ, ਤੁਸੀਂ ਅੱਜ ਬਹੁਤ ਵਧੀਆ ਅਹਿਮ ਜਾਣਕਾਰੀ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ, ਤੇ ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਇਹ ਅੱਜ ਦੀ ਮੁਲਾਕਾਤ ਪਸੰਦ ਆਈ ਹੋਵੇਗੀ। ਤੁਹਾਡੇ ਸੁਝਾਅ ਜਿਹੜੇ ਆ, ਤੁਸੀਂ YouTube ਚੈਨਲ ਵੀ ਸਾਡਾ ਹੈਗਾ, ਉੱਤੇ ਸਾਨੂੰ ਸੁਝਾਅ ਦੇ ਸਕਦੇ ਹੋ ਜਾਂ ਸਾਨੂੰ ਫੋਨ ਕਰ ਸਕਦੇ ਹੋ। ਸਾਡਾ ਸਕਰੀਨ 'ਤੇ ਵੀ ਨੰਬਰ ਅਕਸਰ ਲਿਖਿਆ ਹੁੰਦਾ। ਜੇ ਤੁਸੀਂ ਅੱਜ ਦੀ ਇੰਟਰਵਿਊ TV 'ਤੇ ਪੂਰੀ ਨਹੀਂ ਸੁਣੀ, ਸਾਡੇ YouTube ਚੈਨਲ 'ਤੇ ਜਾ ਕੇ ਵੀ ਤੁਸੀਂ ਇਸ ਇੰਟਰਵਿਊ ਨੂੰ ਦੁਬਾਰਾ ਸੁਣ ਸਕਦੇ ਹੋ। YouTube ਦਾ ਵੀ ਉਹੀ ਨਾਂ ਆ ਜੋ ਸਾਡੇ TV ਦਾ, ਪੰਜਾਬ ਮੇਲ USA। ਸਬਸਕ੍ਰਾਈਬ ਕਰੋ, ਲਾਈਕ ਕਰੋ, ਤੇ ਤਾਂ ਕਿ ਤੁਹਾਨੂੰ ਹੋਰ ਵੀ ਬਹੁਤ ਸਾਰੀ ਜਾਣਕਾਰੀ ਉੱਥੋਂ ਮਿਲ ਸਕੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਸਾਡੇ ਸਟੂਡੀਓ ਵਿੱਚ ਆਏ। ਰੰਧਾਵਾ ਸਾਹਿਬ, ਮੈਂ ਸਪੈਸ਼ਲੀ ਥੈਂਕ ਯੂ ਕਰਨਾ ਚਾਹੂੰਗਾ ਤੁਹਾਡਾ ਤੇ ਪੰਜਾਬ ਮੇਲ USA ਦੇ ਸਰੋਤਿਆਂ ਦਾ, ਤੇ ਮੈਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਗਿਆ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।